ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਜੀ ਕੋਈ ਪ੍ਰੈਜ਼ੀਡੈਂਟ ਜਾਂ ਗਵਰਨਰ ਜੀ ਕਿਸੇ ਇਲੈਕਟਡ ਅਸੈਂਬਲੀ ਦਾ ਥਾਂ ਲੈ ਕੇ ਸਟਰਕਚਰਲ ਚੇਂਜ ਦੇ ਵਿੱਚ ਆਪਣੀ ਕੋਈ ਰੋਲ ਨਿਭਾ ਸਕਦਾ, ਉਹ ਸਾਰੇ ਫੈਸਲੇ ਕਰ ਸਕਦਾ ਚੁਣੀ ਹੋਈ ਸਰਕਾਰ ਤੋਂ ਬਿਨਾਂ। ਜਿਹੜਾ ਆਰਐਸਐਸ ਦਾ ਇਮਾਨਦਾਰ ਏਜੰਡਾ ਹੈ ਜੀ, ਉਹ ਤਾਂ ਅਖੰਡ ਭਾਰਤ ਦਾ, ਅਖੰਡ ਭਾਰਤ ਦੇ ਵਿੱਚ ਵੀ ਪਾਕਿਸਤਾਨ ਫਲਾਨਾ ਧਮਕਾ ਸਾਰਾ ਅਖੰਡ ਚ ਆਉਂਦਾ ਜੀ ਜੀ। ਜੇ ਇੱਕ ਮੀਟਿੰਗ ਤਾਂ ਪ੍ਰਾਈਮ ਮਿਨਿਸਟਰ ਨੇ ਸੱਦੀ ਸੀ ਗੁਪਕਾਰ ਅਲਾਇੰਸ ਦੇ ਨਾਲ, ਲੋਕਲ ਲੀਡਰਸ਼ਿਪ ਦੇ ਨਾਲ, ਚਲੋ ਉਦੋਂ ਬਾਅਦ ਮੀਟਿੰਗ ਨਹੀਂ ਹੋਈ ਕਦੇ ਵੀ ਉਹਨਾਂ ਦੀ ਲੀਡਰ। ਮੈਨੂੰ ਲੱਗਦਾ ਜੰਮੂ ਕਸ਼ਮੀਰ ਦੇ ਲੋਕਾਂ ਨੇ ਅਜੇ ਬੋਲਣਾ, ਉਹਨਾਂ ਦੀ ਗੱਲ ਸੁਣੀ 4 ਸਾਲ ਚ ਓਪਨਲੀ ਤਾਂ ਨਹੀਂ ਸੁਣੇਗੀ। ਔਰ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਪ੍ਰੋਗਰਾਮ ਡਾਇਲੌਗ ਵਿਦ ਹਮੀਰ ਸਿੰਘ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰ ਰਹੇ ਹਾਂ, ਭਾਵੇਂ 4 ਸਫੇਰੇ ਹੜ੍ਹਾਂ ਦਾ ਦੌਰ ਹੈ, ਪਾਣੀ ਆਇਆ ਹੈ, ਇੱਧਰ ਉੱਧਰ ਸਾਰਾ ਜਿਹੜਾ ਫੋਕਸ ਉਹਨਾਂ ਗੱਲਾਂ ਤੇ ਹੈ, ਪਰ ਇੱਕ ਬਹੁਤ ਮਹੱਤਵਪੂਰਨ ਮੁੱਦਾ, ਜਿਹੜਾ ਮੁੱਦਾ ਦੇਸ਼ ਦੀ ਆਉਣ ਵਾਲੇ ਭਵਿੱਖ ਤੇ ਅਸਰਅੰਦਾਜ਼ ਹੋਣਾ, ਜਿਹੜਾ ਮੁੱਦਾ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਦੇ ਸੰਬੰਧਾਂ ਦੇ ਉੱਤੇ ਅਸਰਅੰਦਾਜ਼ ਹੋਣਾ, ਤਾਕਤਾਂ ਦਾ ਜਿਹੜਾ ਸਮਤੋਲ ਕਿਵੇਂ ਹੋਣਾ, ਉਹ ਮੇਰੀ ਮੁਰਾਦ ਹੈ ਕਿ ਉਹ ਜਿਹੜੇ 2 ਅਗਸਤ ਤੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਲਗਾਤਾਰ ਸੁਣਵਾਈ ਹੋਣ ਜਾ ਰਹੀ ਹੈ, ਉਹ ਸੁਣਵਾਈ ਹੈ 5 ਅਗਸਤ 2019 ਨੂੰ, ਜਦੋਂ ਜੰਮੂ ਕਸ਼ਮੀਰ ਦੀ ਧਾਰਾ 370 ਤੇ 35A ਜਿਹੜੇ ਤਹਿਤ ਉਹਨਾਂ ਨੂੰ ਸਪੈਸ਼ਲ ਸਟੇਟਸ ਮਿਲਿਆ ਹੋਇਆ ਸੀ, ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੋਇਆ ਸੀ, ਜੰਮੂ ਕਸ਼ਮੀਰ ਤੋੜ ਕੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਦਲ ਦਿੱਤਾ ਗਿਆ ਸੀ। ਤਾਂ 4 ਸਾਲ ਬਾਅਦ ਹੁਣ ਜਿਹੜੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਸਾਹਮਣੇ ਪਈਆਂ ਨੇ, ਉਹਨਾਂ ਤੇ ਲਗਾਤਾਰ ਸੁਣਵਾਈ ਹੋਏਗੀ, ਬੁਨਿਆਦੀ ਮੁੱਦਿਆਂ ਦੇ ਉੱਤੇ ਸੁਣਵਾਈ ਹੋਏਗੀ। ਇਹਨਾਂ ਗੰਭੀਰ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਰਦਾਰ SP ਸਿੰਘ ਜੀ, ਸੀਨੀਅਰ ਜਰਨਲਿਸਟ ਨੇ, ਤੁਸੀਂ ਜਨਰਲੀ ਲਿਖਤਾਂ ਦੇ ਤੌਰ ਤੇ ਔਰ ਟੀਵੀ ਚੈਨਲਾਂ ਦੇ ਉੱਤੇ ਦੇਖਦੇ ਹੋ। ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਜਿਹੜੇ ਪੋਲੀਟੀਕਲ ਸਾਇੰਟਿਸਟ ਨੇ ਔਰ ਐਨਾਲਿਟੀਕਲ ਅਪਰੋਚ ਦੇ ਤਹਿਤ ਲਗਾਤਾਰ ਵੱਖ-ਵੱਖ ਮੁੱਦਿਆਂ ਦੇ ਉੱਤੇ, ਖਾਸ ਤੌਰ ਤੇ ਸੰਵਿਧਾਨਕ ਮੁੱਦਿਆਂ ਦੇ ਨਾਲ ਲਗਾਤਾਰ ਵਾਬਸਤਾ ਰਹਿੰਦੇ ਨੇ। ਔਰ ਪ੍ਰੋਫੈਸਰ ਸਾਹਿਬ, ਜੇ ਮੈਂ ਤੁਹਾਡੇ ਤੋਂ ਸ਼ੁਰੂ ਕਰਾਂ ਕਿ 5 ਅਗਸਤ 2019 ਜੀ, ਜਦੋਂ ਇੱਕ ਬਹੁਤ ਵੱਡਾ ਤਬਦੀਲੀ ਆ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ, ਇੱਕ ਫਟਾਫਟ ਇੱਕ ਐਕਟ ਪਾਸ ਹੋ ਜਾਂਦਾ ਹੈ, ਐਕਟ ਪਾਸ ਕਰਕੇ ਇੱਕ ਇੰਨੇ ਲੰਮਾ ਸਮਾਂ ਇੱਕ ਸਪੈਸ਼ਲ ਸਟੇਟਸ ਆਧਾਰਿਤ ਸਟੇਟ ਜਿਹੜੀ ਹੈ ਜੀ ਜੀ, ਉਹ ਸਟੇਟ ਵੀ ਨਹੀਂ ਰਹਿੰਦੀ, ਉਹ ਜੂਨੀਅਰ ਟੈਰੀਟਰੀ ਚ ਬਦਲ ਦਿੱਤੀ ਜਾਂਦੀ ਹੈ। ਤੇ ਹੁਣ ਕਿੰਨੀਆਂ ਪਟੀਸ਼ਨਾਂ ਪਈਆਂ ਨੇ, ਮਤਲਬ ਲਗਾਤਾਰ। ਇੱਕ ਤਾਂ ਇਹ ਗੱਲ ਹੈ ਕਿ ਕੀ ਇਹੋ ਜਿਹੀਆਂ ਪਟੀਸ਼ਨਾਂ ਜਿਹੜੀਆਂ 4 ਸਾਲ ਬਾਅਦ ਸੁਣਵਾਈ ਹੋ ਰਹੀ ਹੈ, ਇਹਨੂੰ ਦੇਰ ਆਏ ਦਰੁਸਤ ਰਾਏ ਕਿਹਾ ਜਾਏ, ਜਾਂ ਕਾਂਸਟੀਟਿਊਸ਼ਨਲੀ ਐਡਾ ਵੱਡਾ ਆਬਾਦੀ ਨਾਲ ਸੰਬੰਧਿਤ, ਕਾਂਸਟੀਟਿਊਸ਼ਨ ਦੇ ਕ੍ਰਾਈਸਿਸ ਨਾਲ ਸੰਬੰਧਿਤ ਸੀਗਾ, ਤਾਂ ਪਹਿਲਾਂ ਸੁਣਵਾਈ ਨਹੀਂ ਸੀ ਹੋਣੀ ਚਾਹੀਦੀ। ਦੂਜੀ, ਜਿਹੜੇ ਬੁਨਿਆਦੀ ਮੁੱਦੇ ਨੇ, ਸਰਕਾਰ ਆਪਣੇ ਤਰੀਕੇ ਨਾਲ ਇਹਨੂੰ ਸੋਚਦੀ ਆਈ ਆ। ਐਫੀਡੈਵਿਟ ਹੁਣ ਵੀ ਇੱਕ ਫਾਈਲ ਕੀਤਾ ਕਿ ਜੀ ਉੱਥੇ ਸਥਿਰਤਾ, ਉੱਥੇ ਖੁਸ਼ਹਾਲੀ, ਉੱਥੇ ਵਿਕਾਸ, ਇਹ ਸਾਰਾ ਕੁਝ ਅਸੀਂ ਕਰਤਾ, ਉੱਥੇ ਹਿੰਸਾ ਅਸੀਂ ਬੰਦ ਕਰਤੀ ਹੈ। ਭਾਵੇਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਨੂੰ ਨਹੀਂ ਉਸ ਲੈਵਲ ਦੇ ਉੱਤੇ ਗੱਲ ਕਰਦੇ, ਮਤਲਬ ਉਹਨੂੰ ਉਵੇਂ ਰਿਕੋਗਨਾਈਜ਼ ਨਹੀਂ ਕਰਾਂਗੇ, ਪਰ ਇਸ ਹੀਅਰਿੰਗ ਨੂੰ ਜਾਂ ਇਸ ਮੁੱਦੇ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰਦੇ ਹੋ? ਦੇਖੋ, 2 ਚੀਜ਼ਾਂ ਤੁਸੀਂ ਫਲੈਗ ਆਊਟ ਕੀਤੀਆਂ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ 5 ਅਗਸਤ 2019 ਦਾ ਜਿਹੜਾ ਫੈਸਲਾ ਹੈਗਾ ਰਾਸ਼ਟਰਪਤੀ ਵੱਲੋਂ, ਜਿਹੜਾ ਨੋਟੀਫਿਕੇਸ਼ਨ ਹੋਈ ਹੈ, ਉਸ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਆਰਟੀਕਲ 370 ਉਹਦੀ ਧਾਰਾ, ਉਹਦਾ ਸੈਕਸ਼ਨ 3 ਜਿਹੜਾ ਹੈਗਾ, ਉਹਨੂੰ ਬਿਲਕੁਲ ਰੱਦ ਕਰਤਾ ਔਰ ਯੂਨੀਅਨ ਟੈਰੀਟਰੀਜ਼ ਬਣਾਤੀਆਂ। ਪਹਿਲੀ ਚੀਜ਼ ਤਾਂ ਹੈਗੀ ਹੈ, ਇਮੀਡੀਏਟਲੀ ਬਹੁਤ ਸਾਰੀਆਂ ਪਟੀਸ਼ਨਸ ਆਈਆਂ ਸੀਗੀਆਂ ਔਰ ਸੁਪਰੀਮ ਕੋਰਟ ਨੂੰ ਇਹਦਾ ਸੰਗਿਆਨ ਉਸ ਵੇਲੇ ਹੀ ਲੈ ਲੈਣਾ ਚਾਹੀਦਾ ਸੀਗਾ। ਉਹਦੀ ਵਜ੍ਹਾ ਹੈਗੀ ਹੈ ਕਿ ਇੱਕ ਮੱਚ ਵਾਟਰ ਹੈਜ਼ ਫਲੋਨ ਡਾਊਨ ਦਾ ਬ੍ਰਿਜਸ ਕਹਿ ਕੇ ਜੀ ਉਹਨਾਂ ਨੇ ਕਹਿਣਾ ਦੇਖੋ ਜੀ ਹੁਣ ਤਾਂ ਕੁਝ ਹੋ ਨਹੀਂ ਸਕਦਾ, ਇੰਨਾ ਕੁਝ ਬਦਲ ਗਿਆ ਹੈ, ਉਹ ਸਾਰਾ ਕੁਝ। ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਕੋਈ ਕਨਸਟੀਟਿਊਸ਼ਨਲ ਕ੍ਰਾਈਸਿਸ ਆਉਂਦਾ ਹੈ, ਕੋਈ ਐਡੀ ਵੱਡੀ ਚੀਜ਼ ਹੁੰਦੀ ਹੈ ਜਿਹੜੀ ਕਿ ਪਿਛਲੇ 75 ਸਾਲ ਤੋਂ ਚੱਲ ਰਹੀ ਸੀਗੀ, ਅਚਾਨਕ ਤੁਸੀਂ ਉਹਨੂੰ ਖਤਮ ਕਰਤਾ, ਉਹਦੇ ਬਾਰੇ ਸੁਪਰੀਮ ਕੋਰਟ ਦਾ ਦਾਇਤਵ ਬਣਦਾ ਸੀਗਾ, ਕਿਉਂਕਿ ਸੁਪਰੀਮ ਕੋਰਟ ਦਾ ਇੱਕ ਕੰਮ ਹੈ, ਇਹ ਪ੍ਰੋਟੈਕਟਰ ਹੈ ਸੰਵਿਧਾਨ ਦੀ ਵੀ, ਇਹ ਪ੍ਰੋਟੈਕਟਰ ਹੈ ਰੂਲ ਆਫ ਲਾਅ ਦੀ ਵੀ। ਅਗਰ ਕੋਈ ਵੀ ਸਰਕਾਰ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਜਿਹੜਾ ਕਿ ਅਨਪ੍ਰੈਸੀਡੈਂਟਡ ਹੋਵੇ, ਜਾਂ ਜਿਹੜਾ ਕਿ ਲੱਗਦਾ ਹੈਗਾ ਕਿ ਕਾਨੂੰਨ ਦੀ ਖਿਲਾਫਵਰਜ਼ੀ ਕਰਦਾ ਹੋਵੇ, ਸੰਵਿਧਾਨ ਦੀ ਖਿਲਾਫਵਰਜ਼ੀ ਕਰਦਾ ਹੋਵੇ, ਤਾਂ ਉਹਦਾ ਸੰਗਿਆਨ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀਗਾ। ਲੇਕਿਨ ਦੇਰ ਆਏ ਦਰੁਸਤ ਆਏ, ਹੁਣ ਪਤਾ ਨਹੀਂ ਉਹ ਜਿਹੜੀਆਂ ਪਟੀਸ਼ਨਸ ਹੈ, ਜਿੰਨੀਆਂ ਪਟੀਸ਼ਨਸ ਹੱਕ 'ਚ ਹੈ, ਕਾਫੀ ਪਟੀਸ਼ਨਸ ਅਗੇਂਸਟ ਵੀ ਹੈ, ਯਾਨੀ ਕਈ ਕਹਿੰਦੇ ਹੈ ਪਟੀਸ਼ਨ ਦਾ ਆਰਟੀਕਲ 370 ਖਤਮ ਹੋਣਾ ਚਾਹੀਦਾ ਹੈ, ਕੋਈ ਪਟੀਸ਼ਨਸ ਜਿਹੜੀਆਂ ਹੈਗੀਆਂ ਉਹ ਕਹਿੰਦੇ ਵੀ ਸਾਰਾ ਐਕਟ ਜਿਹੜਾ ਸੀਗਾ ਇਲੀਗਲ ਸੀਗਾ। ਦੂਸਰੀ ਚੀਜ਼ ਹੈਗੀ ਹੈ ਕਿ ਜਿਹੜਾ ਅਮਿਤ ਸ਼ਾਹ ਦਾ ਬਿਆਨ ਸੀਗਾ ਉਸ ਦਿਨ ਪਾਰਲੀਮੈਂਟ ਦੇ ਵਿੱਚ, ਅਗਰ ਤੁਸੀਂ ਵਿਵਿਡਲੀ ਰਿਮੈਂਬਰ ਕਰੋ, ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਸੀਗੀ ਜੀ ਕਿ
ਇਹਦੀ ਵਜ੍ਹਾ ਕਰਕੇ ਇਕਨੋਮਿਕ ਡਿਵੈਲਪਮੈਂਟ ਨਹੀਂ ਹੋ ਰਹੀ, ਯੂਥ ਪਿੱਛੇ ਜਾ ਰਿਹਾ ਹੈ, ਉੱਥੇ ਕੰਪੀਟੀਸ਼ਨ ਨਹੀਂ ਹੈ, ਜਿਹਦੀ ਵਜ੍ਹਾ ਕਰਕੇ ਇਨਵੈਸਟਮੈਂਟਾਂ ਉੱਥੇ ਨਹੀਂ ਜਾ ਰਹੀਆਂ ਹੈਗੀਆਂ, ਉਹਦੀ ਵਜ੍ਹਾ ਕਰਕੇ ਟੈਰਰਿਜ਼ਮ ਹੈ, ਉਹਦੀ ਵਜ੍ਹਾ ਕਰਕੇ ਇਹ ਹੈ ਉਹ ਹੈ, ਸਾਰਾ ਕੁਝ ਇੱਕ ਅੱਛਾ ਖਾਸਾ ਉਹਨੇ ਭੂਮਿਕਾ ਬੰਨੀ ਸੀਗੀ ਉਸ ਤੋਂ ਪਹਿਲਾਂ ਇਹ ਰੈਜ਼ੋਲੂਸ਼ਨ ਲਿਆਂਦਾ ਜਿਹੜਾ। ਹੁਣ ਉਹਦੇ ਵਿੱਚ ਅਗਰ ਆਪਾਂ ਜਾਈਏ ਤਾਂ ਉਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਉੱਥੇ ਖੜੀਆਂ। ਟੈਰਰਿਜ਼ਮ ਘਟਿਆ ਹੋ ਸਕਦਾ ਹੈ ਲੇਕਿਨ ਉਸ ਟੈਰਰਿਜ਼ਮ ਹੈ ਉੱਥੇ। ਯੂਥ ਦੀ ਏਮਪਲੋਇਮੈਂਟ ਦਾ ਇਮੀਡੀਏਟਲੀ ਜਿਹੜਾ ਉੱਥੇ ਉਸ ਵੇਲੇ ਗਵਰਨਰ ਸੀਗੇ ਮਿਸਟਰ ਮਲਿਕ, ਉਹਨਾਂ ਨੇ ਕਿਹਾ ਜੀ ਅਸੀਂ 50,000 ਪੋਸਟਾਂ ਜਿਹੜੀਆਂ ਹੈਗੀਆਂ ਕੱਢ ਰਹੇ ਹਾਂ ਸਰਕਾਰੀ, ਲੇਕਿਨ ਉਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੋਈ, ਕੋਈ ਪੋਸਟਾਂ ਨਹੀਂ ਆ, ਅਨਐਮਪਲੋਇਮੈਂਟ ਰੇਟ ਵਧਿਆ। ਔਰ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਕਿ ਉੱਥੇ ਕੋਈ ਵਿਕਾਸ ਬਹੁਤ ਜ਼ਿਆਦਾ ਹੋਵੇ, ਕੋਈ ਇਨਵੈਸਟਮੈਂਟ ਬਹੁਤ ਜ਼ਿਆਦਾ ਗਈ ਹੋਵੇ, ਜਾਂ ਉੱਥੇ ਲੋਕਾਂ ਨੇ ਜਾ ਕੇ ਜ਼ਮੀਨਾਂ ਖਰੀਦ ਕੇ ਉਹ ਸਾਰਾ ਕੁਝ ਕੀਤਾ ਹੋਵੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਵਿਚ ਮੀਨਸ ਜਿਸ ਪਰਪਸ ਵਾਸਤੇ ਤੁਸੀਂ ਇਸ ਆਰਟੀਕਲ ਨੂੰ ਖਤਮ ਕਰਕੇ ਕਹਿੰਦੇ ਸੀਗੇ ਕਿ ਇਹਨੂੰ ਨੈਸ਼ਨਲ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਉਣਾ, ਤੁਸੀਂ ਧੱਕੇ ਨਾਲ ਜੈਕ ਬੂਟ ਆਫ ਦਾ ਸਟੇਟ ਦੇ ਅੰਡਰ ਤੁਸੀਂ ਪੂਰੀ ਪਾਪੂਲੇਸ਼ਨ ਨੂੰ ਇੰਨੇ ਜ਼ਿਆਦਾ ਲੋਕਾਂ ਨੂੰ ਅਰੈਸਟ ਕਰਕੇ ਉਹਨਾਂ ਪਰ ਮੁਕੱਦਮੇ ਚਲਾ ਕੇ ਉਹ ਤਾਂ ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਕਹੋ ਕਿ ਸਾਰਿਆਂ ਨੂੰ ਅਸੀਂ ਨੈਸ਼ਨਲ ਮੇਨ ਸਟ੍ਰੀਮ ਚ ਲੈ ਆਂਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬਲਕਿ ਦਰਾੜ ਜਿਹੜੀ ਹੈਗੀ ਆ ਕਸ਼ਮੀਰ ਵੈਲੀ ਦੇ ਲੋਕਾਂ ਦੀ ਤੇ ਸੈਂਟਰਲ ਗਵਰਨਮੈਂਟ ਦੀ ਜਾਂ ਸਮਝ ਲਓ ਨੈਸ਼ਨਲ ਮੇਨ ਸਟ੍ਰੀਮ ਦੀ ਵਧੀ ਹੈ, ਉਹ ਘਟੀ ਨਹੀਂ ਹੈ। ਅਗਰ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਦੇਖੀਏ ਤਾਂ ਜਿਹੜਾ ਹੁਣ ਰੀਸੈਂਟਲੀ ਐਫੀਡੇਵਿਟ ਦਿੱਤਾ ਹੈ ਸਰਕਾਰ ਨੇ, ਉਹ ਉਸੇ ਚੀਜ਼ ਦੀ ਨੁਮਾਇੰਦਗੀ ਕਰਦਾ ਹੈ ਜਿਹੜਾ ਕਿ ਅਮਿਤ ਸ਼ਾਹ ਨੇ ਉਸ ਦਿਨ ਕਿਹਾ ਸੀਗਾ। ਤਕਰੀਬਨ ਉਹੀ ਚੀਜ਼ਾਂ ਹੈਗੀਆਂ ਕਿ ਸੋਵਰਨਟੀ ਦਾ ਮਸਲਾ ਹੈਗਾ ਜਾਂ ਜੀ ਉਹਦੇ ਨਾਲ ਵਿਕਾਸ ਬਹੁਤ ਹੋਏਗਾ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਲੇਕਿਨ ਸੁਪਰੀਮ ਕੋਰਟ ਨੇ ਬਹੁਤ ਅੱਛੀ ਗੱਲ ਹੈ, ਇਹ ਗੱਲ ਕਲੀਅਰ ਕਰਤੀ ਕਿ ਅਸੀਂ ਇਹਦਾ ਲੀਗਲ ਐਂਗਲ ਦੇਖਣਾ ਹੈ ਕਿ ਕਨਸਟੀਟਿਊਸ਼ਨਲੀ ਲੀਗਲੀ ਇਹ ਚੀਜ਼ ਪੋਸੀਬਲ ਥੀ ਜਾਂ ਨਹੀਂ ਥੀ। ਉਹ ਇੱਕ ਟੈਕਨੀਕਲ ਇਸ਼ੂ ਹੈ ਜਿਹੜਾ ਕਿ ਆਪਾਂ ਡਿਸਕਸ ਕਰ ਸਕਦੇ ਹਾਂ। ਐਸਪੀ ਸਿੰਘ ਜੀ, ਜਿਹੜਾ 5 ਮੈਂਬਰੀ ਬੈਂਚ ਹੈ, ਜਿਹੜਾ ਸੰਵਿਧਾਨਕ ਬੈਂਚ ਹੈ ਜੀ, ਡੀ.ਵਾਈ. ਚੰਦਰਚੂੜ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਹੈ। ਸਭ ਤੋਂ ਬੜਾ ਬੈਂਚ ਦੇ ਤੌਰ ਤੇ ਦੇਖਿਆ ਜਾਂਦਾ, ਸੰਵਿਧਾਨਕ ਬੈਂਚ ਨੇ ਡਿਸਾਈਡ ਕਰਨਾ ਹੈ। ਔਰ ਉਹਦੇ ਚ ਕੁਝ ਬੁਨਿਆਦੀ ਮੁੱਦੇ ਵੀ ਕਸ਼ਮੀਰੀ ਲੀਡਰਾਂ ਦੇ ਤਰਫ ਤੋਂ ਜਿਹੜੇ ਪੇਸ਼ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾ ਗੱਲ ਤਾਂ ਇਹੀ ਹੁੰਦਾ ਕਿ ਸਾਡੀ ਕੰਸਟੀਚੁਐਂਟ ਅਸੈਂਬਲੀ ਸੀ, ਉਹਦੇ ਤੋਂ ਬਿਨਾਂ ਜਦੋਂ ਚੇਂਜ ਨਹੀਂ ਸੀ ਹੋ ਸਕਦਾ, ਤਾਂ ਉਹਦਾ ਸਵਾਲ ਹੈ। ਦੂਸਰਾ ਕੁਐਸਚਨ ਇਹ ਵੀ ਉਹ ਰੇਜ਼ ਕਰ ਰਹੇ ਨੇ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਲਈ ਕੋਈ ਪ੍ਰੈਜ਼ੀਡੈਂਟ ਜਾਂ ਗਵਰਨਰ ਕਿਸੇ ਇਲੈਕਟਡ ਅਸੈਂਬਲੀ ਦਾ ਥਾਂ ਲੈ ਕੇ ਸਟਰਕਚਰਲ ਚੇਂਜ ਦੇ ਵਿੱਚ ਆਪਣੀ ਕੋਈ ਰੋਲ ਨਿਭਾ ਸਕਦਾ, ਉਹ ਸਾਰੇ ਫੈਸਲੇ ਕਰ ਸਕਦਾ ਚੁਣੀ ਹੋਈ ਸਰਕਾਰ ਤੋਂ ਬਿਨਾਂ। ਤੇ ਇਹਦੇ ਤੋਂ ਬਿਨਾਂ ਇਹ ਵੀ ਹੈ ਕਿ ਕੀ ਪਾਰਲੀਮੈਂਟ ਕਿਸੇ ਸੂਬੇ ਦੀ ਅਸੈਂਬਲੀ ਦੀ ਬਿੱਲ ਦੀ ਵੀ ਰਿਪਰੈਜ਼ੈਂਟੇਸ਼ਨ ਕਰ ਸਕਦੀ ਹੈ, ਉਹਦੇ ਪ੍ਰਤੀਨਿਧੀ ਵੀ ਹੋ ਸਕਦੀ ਹੈ। ਇਹਦੀ ਬਜਾਏ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਕੁਝ ਬੁਨਿਆਦੀ ਸਵਾਲ ਨੇ ਜਿਹੜੇ ਸੰਵਿਧਾਨ ਦੇ ਅਸਰ ਬਾਕੀ ਸਟੇਟਾਂ ਤੇ ਵੀ ਪੈਣੇ ਨੇ। ਜੇਕਰ ਇਹਦੇ ਤੇ ਜਿਹੜਾ ਜੱਜਮੈਂਟ ਆਏਗੀ ਲਗਭਗ, ਉਹ ਫਿਰ ਦੇਸ਼ ਦੇ ਵਿੱਚ ਇੱਕ ਤੈਅ ਹੋ ਜਾਏਗਾ ਕਿ ਪਾਰਲੀਮੈਂਟ ਇਹ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ। ਔਰ ਇਹਦਾ ਇੰਪੈਕਟ ਕਿਸ ਰੂਪ ਚ ਦੇਖਦੇ ਹੋ? ਮੈਂ ਮਹਿਬੂਬਾ ਮੁਫਤੀ ਦਾ ਕੱਲ ਦਾ ਬਿਆਨ ਪੜ੍ਹ ਰਿਹਾ ਸੀ, ਉਹ ਕਹਿੰਦੀ ਸਾਨੂੰ ਅਚੰਭਾ ਜਾਂ ਮਤਲਬ ਸਾਨੂੰ ਸ਼ੰਕ ਹੈ ਹਜੇ ਵੀ 4 ਸਾਲ ਜਿਹਨੂੰ ਟੈਕਲ ਨਹੀਂ ਕੀਤਾ ਗਿਆ ਪ੍ਰੋਬਲਮ ਨੂੰ, ਹੁਣ ਅੱਗੇ ਵੀ ਕੋਈ ਦਿਆਨਤਦਾਰੀ ਨਾਲ ਹੋਏ। ਮਤਲਬ ਉਹਨਾਂ ਦੇ ਵਿੱਚ ਇੱਕ ਬੇਭਰੋਸਗੀ ਬੜਾ ਲਗਾਤਾਰ ਇੱਕ ਭਰੀ ਤਾਂ ਹੋਈ ਆ ਉਸ ਪੱਧਰ ਦੇ ਉੱਤੇ ਜਾ ਕੇ ਜਿਹੜੀਆਂ ਜੱਜਮੈਂਟਾਂ। ਪਰ ਫਿਰ ਵੀ ਸੁਪਰੀਮ ਕੋਰਟ ਇੱਕ ਹਾਈਐਸਟ ਕੋਰਟ ਹੈ, ਹੋਰ ਤਾਂ ਕੋਰਟ ਕੋਈ ਸਾਡੇ ਕੋਲ ਉਦੋਂ ਬੰਦੇ ਜੇ ਲੀਗਲ ਤੌਰ ਤੇ ਤਾਂ ਨਹੀਂ ਹੈ ਜੀ। ਮੈਨੂੰ ਲੱਗਦਾ ਹੈ ਜਿਹੜੀ 4 ਸਾਲ ਸੁਪਰੀਮ ਕੋਰਟ ਨੇ ਨਹੀਂ ਦੇਖਿਆ ਵਾਲੀ ਜਿਹੜੀ ਆਰਗੂਮੈਂਟ ਹੈ, ਇਹਨੂੰ ਜੇ ਰਿਵਰਸ ਕਰਕੇ ਦੇਖ ਲਈਏ ਤਾਂ ਉਹ ਇਹ ਹੈ ਕਿ ਧਾਰਾ 370 ਜਦੋਂ ਤੋਂ ਸੰਵਿਧਾਨ ਵਿੱਚ ਪਾਈ ਗਈ ਸੀ, ਉਸ ਤੋਂ ਬਾਅਦ ਬਾਕੀ ਦੇ ਦੇਸ਼ ਨੇ 370 ਵੱਲ ਨਹੀਂ ਸੀ ਦੇਖਿਆ। ਬੀਜੇਪੀ ਦੇ ਉੱਤੇ ਤਾਂ ਕਿਸੇ ਸੁਪਰੀਮ ਕੋਰਟ ਦੇ ਉੱਤੇ ਤਾਂ ਅਦਲੀਆ ਦੇ ਉੱਤੇ ਦੋਸ਼ ਲਾ ਸਕਦੇ ਹੋ ਕਿ 4 ਸਾਲ ਉਹਨਾਂ ਨੇ ਨਹੀਂ ਦੇਖਿਆ। ਬਾਏ ਦਾ ਵੇ 2019 ਦੇ ਅਗਸਤ ਵਿੱਚ ਇਹ ਕੀਤਾ ਉਹਨਾਂ ਨੇ, 2020 ਦੇ ਵਿੱਚ ਉਹਨਾਂ ਨੇ ਬਕਾਇਦਾ ਮਾਮਲਾ ਸੁਣਿਆ। ਮਾਮਲਾ ਡਿਟੇਲ ਵਿੱਚ ਸੁਣਿਆ ਗਿਆ। ਉਸ ਵੇਲੇ ਮਾਮਲਾ ਸਿਰਫ ਇੰਨਾ ਸੀ ਕਿ ਕੀ 5 ਜੱਜਿਸ ਵਾਲੇ ਕਨਸਟੀਟਿਊਸ਼ਨ ਬੈਂਚ ਨੂੰ ਦਿੱਤਾ ਜਾਵੇ ਜਾਂ ਤੁਹਾਨੂੰ ਲਾਰਜਰ ਬੈਂਚ ਬਣਾਉਣਾ ਚਾਹੀਦਾ। तो उस वे सुप्रीम कोर्ट ने रिफ्यूज कर दिता, जिस एवज में 5 जजिस का बेंच बनया सी। प्रोफैसर खालिद ने गल की है कि कॉन्स्टिट्यूएंट असैंबली नहीं सी ते महबूबा मुफ्ती होरां दी भी यही है, कश्मीरी पार्टियां दी यही है, चाहे वो पीपल्स कॉन्फ्रेंस हो चाहे नेशनल कॉन्फ्रेंस हो। हुण यह है कि कॉन्स्टिट्यूएंट असैंबली जिहड़ी कश्मीर दी सी वो तां नहीं रही, तां की फिर अज़लां तक धारा 370 नूं नहीं बदलिया जा सकदा? कोई सानूं जवाब दे देवे कि 2000 साल का समा रख लीए, 5000 साल का समा रख लीए। आफ्टर ऑल देश की सर्वोच्च अदालत ने यह फैसला देना है और इहदे तो कोई इनकार ही नहीं कि धारा 370 टैंपरेरीली लियांदी गई सी। ते जे टैंपरेरी सी तां ओहदी टैंपरेरीनेस दी मियाद की है? एक
ਇੱਕ ਖਸਲਤ ਹੁੰਦੀ ਹੈ ਟੈਂਪਰੇਰੀ ਦੀ ਤੇ ਇੱਕ ਖਸਲਤ ਹੁੰਦੀ ਹੈ ਇਨਡੈਫੀਨਿਟ ਦੀ। ਟੈਂਪਰੇਰੀ ਇਨਡੈਫੀਨਿਟ ਨਹੀਂ ਹੋ ਸਕਦਾ। ਹੁਣ ਜਿਸ ਵੇਲੇ ਕਨਸਟੀਟਿਊਸ਼ਨਲ ਕੁਐਸਚਨ ਆਣਗੇ ਤਾਂ ਚੰਗੀਰਾ ਇਹ ਹੋਵੇਗਾ ਜੇ ਪਟੀਸ਼ਨ ਕਰਤਾ ਆਪਣੇ ਦਲਾਇਲ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਆ ਜਾਣ ਕਿ ਇਹ ਕਿਹਨਾਂ ਹਾਲਾਤਾਂ ਵਿੱਚ ਹੋਈ। ਜਦੋਂ ਧਾਰਾ 370 ਨੂੰ ਹਟਾਇਆ ਗਿਆ, ਇਹ ਕੋਈ ਆਮ ਵਾਂਗ ਕੋਈ ਬਿੱਲ ਨਹੀਂ ਆ ਗਿਆ। ਇੱਕ ਪੂਰੇ ਸੂਬੇ ਨੂੰ ਜੇਲ੍ਹ ਬਣਾ ਦਿੱਤਾ ਗਿਆ। ਇੱਕ ਚਿੜੀ ਅੰਦਰ ਨਹੀਂ ਫੜਕ ਸਕਦੀ ਸੀ। ਇਸ ਕਿਸੇ ਨੂੰ ਕੰਨੋ ਕੰਨ ਕੋਈ ਖਬਰ ਨਹੀਂ ਕਿ ਸਾਰੇ ਦੇਸ਼ ਨੂੰ ਪਤਾ ਸੀ ਕੁਝ ਹੋਣ ਵਾਲਾ ਹੈ। ਫੌਜਾਂ ਉੱਥੇ ਲੈਂਡ ਕਰ ਗਈਆਂ ਨੇ, ਪੁਲਿਸ ਨਾਲ ਭਰ ਗਿਆ ਸਾਰਾ ਸੂਬਾ, ਬੰਦੂਕ ਬੋਲ ਰਹੀ ਹੈ, ਲੋਕ ਘਰਾਂ ਵਿੱਚ ਬੰਦ ਨੇ। ਫਾਰਮਰ ਚੀਫ ਮਿਨਿਸਟਰਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਕਿੱਥੇ ਬੰਦ ਕਰ ਦਿੱਤੇ ਨੇ, ਕਿਉਂਕਿ ਇੱਕ ਕਾਨੂੰਨ ਸਾਜ਼ੀ ਹੋ ਰਹੀ ਹੈ। ਇਸ ਮਾਹੌਲ ਦੇ ਵਿੱਚ ਕੀਤੀ ਗਈ ਕਾਨੂੰਨ ਸਾਜ਼ੀ ਦੀ ਕਾਰਗਰਦਤਾ ਉੱਤੇ ਸਵਾਲ ਨੇ। ਉਸ ਤੋਂ ਬਾਅਦ ਸਵਾਲ ਇਹ ਹੈ ਜਿਹੜੀ ਤੁਸੀਂ ਗੱਲ ਚੁੱਕੀ ਹੈ ਕਿ ਜੇ ਸਤਪਾਲ ਮਲਿਕ ਜੀ ਦੇ ਪਿਛਲੇ ਕੰਡਕਟ ਨੂੰ ਦੇਖ ਲਿਆ ਜਾਵੇ, ਉਹ ਯਾਦ ਰੱਖੋ ਕਿ ਉਸ ਵੇਲੇ ਪਾਰਟੀਆਂ ਬਿਲਕੁਲ ਅਸੈਂਬਲੀ ਜਿਹੜੀ ਸਸਪੈਂਡਡ ਸੀ ਉਸ ਵੇਲੇ। ਉਹ ਪਾਰਟੀਆਂ ਆਪਸ ਵਿੱਚ ਇੱਕ ਦੂਜੇ ਨਾਲ ਤਾਲਮੇਲ ਕਰ ਰਹੀਆਂ ਸੀ ਤੇ ਕੋਈ ਵੀ ਵਿਅਕਤੀ ਜਿਹੜਾ ਰਾਜਨੀਤੀ ਦੀ ਕਸ਼ਮੀਰ ਦੀ ABC ਜਾਣਦਾ ਉਸ ਨੂੰ ਪਤਾ ਸੀ ਕਿ ਹੁਣ ਕੋਈ ਨਾ ਕੋਈ ਸਰਕਾਰ ਦਾ ਮੂੰਹ ਮੁਹਾਂਦਰਾ ਬਦਲਣ ਵਾਲਾ। ਜਿਸ ਵੇਲੇ ਅਜਿਹਾ ਹੋ ਰਿਹਾ ਸੀ ਉਸ ਵੇਲੇ ਸਤਪਾਲ ਮਲਿਕ ਹਰਾ ਨੇ ਅਸੈਂਬਲੀ ਨੂੰ ਡਿਸੋਲਵ ਕਰ ਦਿੱਤਾ। ਹੁਣ ਇੱਕ ਡਿਸੋਲਵਡ ਅਸੈਂਬਲੀ ਹੈ ਵਿਚ ਮੀਨਸ ਅਸੈਂਬਲੀ ਡਸ ਨਾਟ ਐਗਜ਼ਿਸਟ। ਕੀ ਕਿਸੇ ਡਿਸੋਲਵ ਕੀਤੀ ਹੋਈ ਅਸੈਂਬਲੀ ਜਿਹੜੀ ਕਿ ਚੁਣੇ ਹੋਏ ਲੋਕਾਂ ਦੀ ਨੁਮਾਇੰਦੇ ਜਿੱਥੇ ਬੈਠੇ ਹੁੰਦੇ ਨੇ ਉਹਨਾਂ ਦੀ ਨੁਮਾਇੰਦਗੀ ਕੋਈ ਗਵਰਨਰ ਆਪਣੇ ਤੌਰ ਤੇ ਆਪ ਕਰ ਸਕਦਾ? ਕੀ ਜਿਹੜਾ ਕੰਮ ਕਨਸਟੀਟਿਊਐਂਟ ਅਸੈਂਬਲੀ ਕਸ਼ਮੀਰ ਨੇ ਕਰਨਾ ਸੀ ਜਿਹੜੀ ਕਿ ਨਹੀਂ ਹੈ, ਕੀ ਉਹਦੀ ਸਾਰੀ ਵਿਲ ਪਾਰਲੀਮੈਂਟ ਦੇ ਵਿੱਚ ਆ ਸਕਦੀ ਹੈ? ਪਾਰਲੀਮੈਂਟ ਵੱਖ-ਵੱਖ ਸੂਬਿਆਂ ਤੋਂ ਚੁਣ ਕੇ ਭੇਜੇ ਹੋਏ ਨੁਮਾਇੰਦਿਆਂ ਦੀ ਇੱਕ ਜਮਾਤ ਹੈ। ਕਿ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਨੁਮਾਇੰਦੇ ਭਾਵੇਂ ਇੱਕ ਆਵਾਜ਼ ਹੋ ਕੇ ਵੀ ਬਿੱਲ ਪਾਸ ਕਰ ਦੇਣ, ਭਾਵੇਂ ਇਸ ਦਾ ਕੋਈ ਵੀ ਅਪੋਜ਼ ਇਹਨੂੰ ਕਰਨ ਵਾਲਾ ਨਾ ਹੋਵੇ, ਕੀ ਕੱਲ ਨੂੰ 545 ਮੈਂਬਰ ਪਾਰਲੀਮੈਂਟ ਦੇ ਵੋਟਾਂ ਪਾ ਕੇ ਪੰਜਾਬ ਨੂੰ ਯੂਨੀਅਨ ਟੈਰੀਟਰੀ ਬਣਾ ਸਕਦੇ ਨੇ? ਇਹਦੀ ਕੋਈ ਕਾਨੂੰਨੀ ਵੈਧਤਾ ਹੋਵੇਗੀ? ਕੀ ਕਿਸੇ ਸਟੇਟ ਨੂੰ ਯੂਨੀਅਨ ਟੈਰੀਟਰੀ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ? ਇਹ ਬਹੁਤ ਵੱਡੇ ਕਨਸਟੀਟਿਊਸ਼ਨਲ ਸਵਾਲ ਨੇ ਜਿਹੜੇ ਇਸ ਵੇਲੇ ਸੁਪਰੀਮ ਕੋਰਟ ਦੇ ਸਾਹਮਣੇ ਨੇ। ਮੈਨੂੰ ਲੱਗਦਾ ਇਸ ਤੋਂ ਸ਼ੱਕ ਤੇ ਹਮੇਸ਼ਾ ਕਰਨਾ ਚਾਹੀਦਾ। ਮੈਂ ਤੇ ਆਈ ਥਿੰਕ ਮਤਲਬ ਹੁਣ ਉਮਰ ਦੇ ਉਸ ਪੜਾਅ ਦੇ ਵਿੱਚ ਹਾਂ ਜਿੱਥੇ ਆਦਮੀ ਸਿਨਿਕ ਹੋ ਹੀ ਜਾਂਦਾ, ਔਰ ਹਿੰਦੁਸਤਾਨ ਦੀ ਰਾਜਨੀਤੀ ਕਿਸ ਨੂੰ ਸਿਨਿਕ ਨਹੀਂ ਬਣਾਉਂਦੀ। ਪਰ ਈਵਨ ਡੇ ਟੂ ਡੇ ਹੀਅਰਿੰਗ ਵੀ ਹੋਵੇ ਤਾਂ ਇਹ ਕਨਸਟੀਟਿਊਸ਼ਨਲ ਸਵਾਲ ਇੰਨੇ ਵੱਡੇ ਨੇ ਕਿ ਇਹ ਇੰਨੀ ਆਸਾਨੀ ਨਾਲ ਨਹੀਂ ਹੋ ਜਾਣਗੇ ਜਿੰਨੀ ਆਸਾਨੀ ਨਾਲ ਸੈਂਟਰ ਨੇ ਆਖਰੀ ਮਿੰਟ ਦੇ ਉੱਤੇ ਲਿਆ ਕੇ ਇੱਕ ਨਵਾਂ ਜੋਕਰ ਵਾਲਾ ਪੱਤਾ ਖੇਡਿਆ ਕਿ ਇੱਕ ਸਾਡਾ ਐਫੀਡੇਵਿਟ ਲੈ ਲਓ ਕਿ ਧਾਰਾ ਇਹ ਤਾਂ ਤੋੜੀ ਸੀ 370 ਕਿਉਂਕਿ ਸੋਵਰਨਿਟੀ ਦਾ ਖਤਰਾ ਸੀ, ਦੇਸ਼ ਦੀ ਪ੍ਰਭੂ ਸੱਤਾ ਨੂੰ ਖਤਰਾ ਸੀ ਤੇ ਉੱਥੇ ਟੈਰਰਿਜ਼ਮ ਬਹੁਤ ਸੀ ਤੇ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਇਹੋ ਜਿਹੀ ਹੈ। ਇਹ ਵੀ ਇੱਕ ਸੈਂਟਰ ਨੇ ਬਿਆਨ ਦਿੱਤਾ ਕਿ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਇਹੋ ਜਿਹੀ ਹੈ ਕਿ ਦੇਸ਼ ਨੂੰ ਖਤਰਾ ਹੋ ਸਕਦਾ ਹੈ। ਤੇ ਫਿਰ ਕੋਈ ਮਤਲਬ ਰੇੜੀ ਰੂੜੀ ਤੇ ਲਾ ਕੇ ਤੇ ਕਸ਼ਮੀਰ ਨੂੰ ਇੱਧਰ ਉੱਧਰ ਲੈ ਜਾਓ, ਜੇ ਇਸ ਤੋਂ ਹੋਰ ਕੋਈ ਤਰੀਕਾ ਨਹੀਂ ਤਾਂ ਜਿਓਗ੍ਰਾਫੀਕਲ ਲੋਕੇਸ਼ਨ ਕਦੀ ਵੀ ਕੱਲ ਨੂੰ ਤੁਸੀਂ ਕਹੋ ਕਿ ਕੇਰਲਾ ਦੀ ਜਿਓਗ੍ਰਾਫੀਕਲ ਲੋਕੇਸ਼ਨ ਇਹੋ ਜਿਹੀ ਹੈ, ਸਾਡੇ ਬੰਬੇ ਦੀ ਜਿਓਗ੍ਰਾਫੀਕਲ ਲੋਕੇਸ਼ਨ ਇਹੋ ਜਿਹੀ ਹੈ ਕਿ ਕਰਾਚੀ ਤੋਂ ਹਮੇਸ਼ਾ ਖਤਰਾ ਹੋ ਸਕਦਾ ਹੈ, ਉੱਥੋਂ ਅਜਮਲ ਕਸਾਬ ਆ ਸਕਦਾ ਹੈ। ਕੱਲ ਨੂੰ ਤੁਸੀਂ ਕਿਸ ਨੂੰ ਮਤਲਬ ਇਹ ਸਾਰੇ ਸੂਬਿਆਂ ਦਾ ਇਸ ਵਿੱਚ ਇੰਟਰਸਟ ਹੈ। ਹਰ ਬੰਦਾ ਜਿਹੜਾ ਸੰਵਿਧਾਨਕ ਵੈਲਿਊ ਸਿਸਟਮ ਨੂੰ ਸਮਝਦਾ ਉਸ ਵਿੱਚ ਇੰਟਰਸਟ ਹੋਣਾ ਚਾਹੀਦਾ ਹੈ। ਅਨਫੋਰਚੂਨੇਟਲੀ ਸਾਡੀ ਸੁਪਰੀਮ ਕੋਰਟ ਉਸ ਤਰ੍ਹਾਂ ਨਹੀਂ ਹੈ ਜਿਵੇਂ ਅਮਰੀਕਾ ਦੀ ਸੁਪਰੀਮ ਕੋਰਟ ਹੈ ਜਿੱਥੇ ਉਹਦੇ 9 ਜੱਜ ਨੇ ਤੇ 9 ਹਮੇਸ਼ਾ ਇਕੱਠੇ ਬੈਠਦੇ ਨੇ। ਹੁਣ ਸਾਨੂੰ ਅਮਰੀਕਾ ਦੀ ਸੁਪਰੀਮ ਕੋਰਟ ਦੀ ਬਣਤਰ ਪਤਾ ਹੈ ਕਿ 6-3 ਉਹਨਾਂ ਦੀ ਬਣਤਰ ਹੈ। ਇਸ ਵੇਲੇ ਸੁਪਰੀਮ ਕੋਰਟ ਟੁਆਰਡਸ ਰਾਈਟ ਵਿੰਗ ਹੈ। ਹਿੰਦੁਸਤਾਨ ਦੀ ਸੁਪਰੀਮ ਕੋਰਟ ਦੇ ਜੱਜਾਂ ਵਿੱਚੋਂ ਬਹੁਤ ਸਾਰੇ ਫੈਸਲੇ ਤੁਹਾਨੂੰ ਉਸ ਵੇਲੇ ਦਿਸਣ ਲੱਗ ਜਾਂਦੇ ਹਨ ਜਿਸ ਵੇਲੇ ਤੁਸੀਂ ਬੈਂਚ ਦੀ ਕੰਪੋਜੀਸ਼ਨ ਦੇਖਦੇ ਹੋ। ਇਹ ਸਵਾਬਦੀਦ ਸਾਡੇ ਇੱਥੇ ਚੀਫ ਜਸਟਿਸ ਆਫ ਇੰਡੀਆ ਦੀ ਹੈ। ਖਾਲਿਦ ਸਾਹਿਬ ਪਾਕਿਸਤਾਨ ਨੂੰ ਬਹੁਤ ਪੜ੍ਹਦੇ ਨੇ। ਪਾਕਿਸਤਾਨ ਦੇ ਵਿੱਚ ਜਿਸ ਦਿਨ ਬੈਂਚ ਬਣ ਜਾਂਦਾ ਹੈ ਉਸ ਦਿਨ ਈਵਨ ਖਾਲਿਦ ਸਾਹਿਬ ਨੂੰ ਇੱਥੇ ਹਿੰਦੁਸਤਾਨ 'ਚ ਬੈਠਿਆ ਫੈਸਲਾ ਪਤਾ ਹੁੰਦਾ ਕਿ ਇਹਦਾ ਫੈਸਲਾ ਕੀ ਹੋਣਾ। ਕਿਉਂ ਖਾਲਿਦ ਸਾਹਿਬ ਜੇ ਜਸਟਿਸ ਫਾਇਜ਼ ਈਸਾ ਬਣ ਗਏ ਨੇ ਤਾਂ ਫੈਸਲਾ ਇਮਰਾਨ ਖਾਨ ਦੇ ਹੱਕ ਇਮਰਾਨ ਖਾਨ ਦੇ ਵਿਰੁੱਧ ਜਾਏਗਾ। ਜੇ ਜਸਟਿਸ ਬੰਦਿਆਲ ਬਣ ਗਏ ਨੇ ਹੈਡ ਤਾਂ ਫੈਸਲਾ ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਦੇ ਹੱਕੇ ਜਾਏਗਾ। ਨਾਰਮਲੀ ਸਾਡੇ ਜੁਡੀਸ਼ਰੀ 'ਚ ਇੱਕ ਸਮੇਂ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ ਨਹੀਂ ਐਸੀ ਕੋਈ ਗੱਲ ਨਹੀਂ ਹੈ, ਇੱਕ ਲੈਵਲ ਦੀ ਇੰਡੀਪੈਂਡੈਂਸ। ਨਾਲੇ ਤੁਸੀਂ ਦੋ ਚੀਜ਼ਾਂ ਦੀ ਗੱਲ ਕੀਤੀ ਹੈ। ਪਹਿਲੀ ਚੀਜ਼ ਤਾਂ ਹੈਗੀ ਹੈ ਜਿਹੜੀ ਸ਼ੁਰੂ 'ਚ ਤੁਸੀਂ ਕਿਹਾ ਕਿ ਇੱਕ ਹੜ ਜਿਹੜੇ ਆਏ ਹੋਏ ਆ, ਇਹ ਜਿਹੜਾ ਫੈਡਰਲ ਸਟਰਕਚਰ ਨੂੰ ਧਵਸਤ ਕਰਨਾ ਹੈ, ਉਹਨੂੰ ਮਤਲਬ ਬਿਲਕੁਲ ਖਤਮ ਕਰਨਾ, ਉਹਦਾ ਵੀ ਇੱਕ ਹੜ ਚੱਲ ਰਿਹਾ ਦੇਸ਼ ਦੇ ਵਿੱਚ। ਔਰ ਆਪਾਂ ਰੋਜ਼ ਦੇਖਦੇ ਹਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਸਟੇਟ ਦੀਆਂ ਗਵਰਨਮੈਂਟਾਂ ਨੂੰ ਰਿਡਿਊਸ ਕੀਤਾ ਗਿਆ, ਮਿਊਨਿਸਪੈਲਿਟੀਆਂ ਵਰਗੀਆਂ ਬਣਾਤੀਆਂ ਗਈਆਂ, ਉਹ ਵੀ ਇੱਕ ਹੜ ਹੈ। ਦੂਸਰੀ ਚੀਜ਼ ਤੁਸੀਂ ਗੱਲ ਕੀਤੀ ਹੈਗੀ ਹੈ ਮਹਿਬੂਬਾ ਮੁਫਤੀ ਦੇ ਬਾਰੇ ਕਿ ਉਹਨਾਂ ਨੂੰ ਕੋਈ ਡਾਊਟ ਹੈਗਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਤੁਸੀਂ ਬਾਬਰੀ ਮਸਜਿਦ ਜਜਮੈਂਟ ਦੇਖੋ,
ਉਹਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿਹਾ ਆ ਵੀ ਗਲਤ ਸੀਗਾ, ਆ ਵੀ ਇਲੀਗਲ ਸੀਗਾ, ਢਾਂਚਾ ਕਰਾਉਣਾ ਵੀ ਗਲਤ ਸੀਗਾ, ਬਟ ਆਖਰੀ 4 ਪੇਜ ਛੱਡ ਕੇ ਬਸ ਸਾਰੀ ਜਜਮੈਂਟ ਇੱਕ ਪਾਸੇ ਹੈ। ਬਟ ਉਹੀ ਚੀਜ਼ ਦਾ ਖਤਰਾ ਇੱਥੇ ਹੈ ਵੀ ਨਹੀਂ ਜੀ ਇਹ ਜਿਹੜਾ ਆ ਵੀ ਗਲਤ ਕੀਤਾ, ਗਵਰਨਰ ਨਹੀਂ ਕਰ ਸਕਦਾ ਸੀਗਾ, ਪਾਰਲੀਮੈਂਟ ਨੇ ਵੀ ਗਲਤ ਕੀਤਾ 370 ਨੂੰ ਖਤਮ ਕਰਕੇ, ਲੇਕਿਨ ਉਹੀ ਸੋਵਰੇਨਟੀ ਅੱਗੇ ਆ ਜੂਗੀ, ਫਲਾਣਾ ਅੱਗੇ ਆ। ਇਹ ਡਰ ਜਿਹੜਾ ਹੈਗਾ ਕਿਆ ਸੰਵਿਧਾਨਕ ਪੈਟਰਨ ਦੇ ਉੱਪਰ, ਕਸਵੱਟੀ ਦੇ ਉੱਪਰ ਪੂਰੀ ਤਰੀਕੇ ਦੇ ਨਾਲ ਸੁਪਰੀਮ ਕੋਰਟ ਖੜੀ ਹੋਏਗੀ ਜਾਂ ਨਹੀਂ ਹੋਏਗੀ, ਇਹ ਇੱਕ ਡਾਊਟ ਬਹੁਤ ਵੱਡਾ ਹੈ। ਦੂਸਰੀ ਚੀਜ਼ ਇਹਦੇ ਚ ਇੱਕ ਖਾਲ ਸਾਹਿਬ ਇਹ ਵੀ ਹੈ ਕਿ ਪਹਿਲੀ ਵਾਰ ਮੈਨੂੰ ਲੱਗਦਾ ਐਮਰਜੈਂਸੀ ਲੱਗੀ ਕੰਟਰੀ 'ਚ ਜੀ। ਐਮਰਜੈਂਸੀ ਦੌਰਾਨ ਕਈ ਇਹੋ ਜਿਹੇ ਫੈਸਲੇ ਹੋਏ ਜਿਹੜੇ ਨਾਰਮਲ ਹਾਲਤ 'ਚ ਸ਼ਾਇਦ ਨਹੀਂ ਸੀ ਹੋ ਸਕਦੇ ਜੀ। 42ਵੀਂ ਸੰਵਿਧਾਨਕ ਸੋਧ ਹੋਈ ਜਿਹਦੇ 'ਚ ਆ ਫੈਡਰਲ ਸਟਰਕਚਰ ਸੀ, ਜਿਹਦੇ 'ਚ ਐਜੂਕੇਸ਼ਨ ਸਮੇਤ 4 ਹੋਰ ਡਿਪਾਰਟਮੈਂਟ ਕੱਢ ਕੇ ਕਾਂਗਰਸ ਲਿਸਟ 'ਚ ਪਾ ਦਿੱਤੇ ਗਏ। ਉਹ ਅਜੇ ਤੱਕ ਵਾਪਸ ਨਹੀਂ ਹੋਏ, ਅਜੇ ਤੱਕ ਉਵੇਂ ਹੀ ਚੱਲਦਾ। ਇਹ ਵੀ ਇੱਕ ਐਮਰਜੈਂਸੀ ਵਰਗਾ ਇੱਕ ਸਟੇਟ ਤੇ ਲਾ ਕੇ ਅਸੀਂ ਗੱਲ ਕਰਦੇ ਹਾਂ। ਫਾਰਮਲੀ ਐਮਰਜੈਂਸੀ ਲਾ ਕੇ ਕੀਤਾ, ਇੱਥੇ ਐਮਰਜੈਂਸੀ ਲਾਏ ਬਿਨਾ ਸਾਰਾ ਕੁਝ ਹੋ ਰਿਹਾ। ਦੂਸਰੀ ਚੀਜ਼ ਇਹ ਹੈਗੀ ਹੈ ਜਿਹੜੀ ਤੁਸੀਂ ਗੱਲ ਕੀਤੀ ਕਿ ਹਮੇਸ਼ਾ ਤੱਕ ਰਹੇਗਾ ਆਰਟੀਕਲ 370। ਅਗਰ ਜੀ ਦੇਖੋ ਨਹਿਰੂ ਨੇ ਵੀ ਗੱਲ ਕਹੀ ਸੀਗੀ ਕਿ ਦੇਖੋ ਆਰਟੀਕਲ 370 ਕਰਤਾ ਹੈ, ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ, ਲੇਕਿਨ ਇਹ ਘਿਸਤੇ घिस ਜਾਏਗਾ। ਔਰ ਆਪਾਂ ਇਹ ਦੇਖ ਦੋ ਵੀ ਸ਼ੁਰੂ ਦੇ ਵਿੱਚ ਪ੍ਰਾਈਮ ਮਿਨਿਸਟਰ ਹੋਇਆ ਕਰਦਾ ਸੀਗਾ, ਫਾਰੂਕ ਅਬਦੁੱਲਾ ਵਾਸ ਦਾ ਪ੍ਰਾਈਮ ਮਿਨਿਸਟਰ। ਉੱਥੇ ਦੇ ਆਪਣਾ ਸੰਵਿਧਾਨ, ਉੱਥੇ ਦਾ ਆਪਣਾ ਸਾਰਾ ਕੁਝ ਸੀਗਾ। ਉਹ घिसते ਕਿੱਥੇ ਪਹੁੰਚ ਗਿਆ? ਮਤਲਬ ਇਟ ਵਾਸ ਆਲਮੋਸਟ ਲਾਈਕ ਐਨੀ ਅਦਰ ਸਟੇਟ। ਸਿਰਫ ਆਰਟੀਕਲ 35A ਦਾ ਲਾ ਲਓ ਕਿ ਤੁਸੀਂ ਬਾਹਰ ਜ਼ਮੀਨ ਨਹੀਂ ਖਰੀਦ ਸਕਦੇ, ਕਈ ਸਟੇਟਾਂ ਦੇ ਵਿੱਚ ਹੈ। ਆਰਟੀਕਲ 371 ਕਈ ਜਗ੍ਹਾ ਤੇ ਉੱਪਰ ਹੈਗਾ। 370 ਦੀ ਆਪਾਂ ਗੱਲ ਕਰਦੇ ਹਾਂ, 371 ਦੀ ਗੱਲ ਨਹੀਂ ਕਰ ਰਹੇ ਜੀ। ਇੱਕ ਲੈਵਲ ਦੇ ਉੱਤੇ ਬੀਜੇਪੀ ਦੀ ਇਹ ਆਪਣੇ ਵੋਟਰ ਦੇ ਪ੍ਰਤੀ ਤੇ ਆਪਣੇ ਬਿਆਨੀਏ ਦੇ ਪ੍ਰਤੀ ਇੱਕ ਇਮਾਨਦਾਰੀ ਵੀ ਹੈ। ਇਹ ਸਵਾਲ ਉਹ ਇੱਕ ਲੰਬੇ ਸਮੇਂ ਤੋਂ ਚੁੱਕ ਰਹੇ ਸਨ। ਜਨਤਾ ਪਾਰਟੀ ਦੇ ਸਮੇਂ ਤੋਂ ਲੈ ਕੇ ਉਹਨਾਂ ਦਾ ਇਹ ਸਵਾਲ ਸੀ ਕਿ 370 ਸਾਡਾ ਨਿਸ਼ਾਨਾ ਹੈ। ਜਨਤਾ ਤੋਂ ਵੀ ਪਹਿਲਾਂ ਸ਼ਾਮਾ ਪ੍ਰਸਾਦ ਮੁਖਰਜੀ ਗਏ ਜਦੋਂ ਉੱਥੇ ਜਾ ਰਿਹਾ ਸੀ, ਉਹ ਕੋਈ ਸ਼ੱਕ ਨਹੀਂ ਕਿ ਆਈਡੀਓਲੋਜੀਕਲੀ ਤੁਸੀਂ ਉਹਨੇ ਇਮਾਨਦਾਰੀ ਬਾਕੀ ਦੀਆਂ ਸੋ ਕਾਲਡ ਸੈਕੂਲਰ ਲਿਬਰਲ ਪਾਰਟੀਆਂ ਨੇ ਰੱਖੀ ਹੈ ਕਿ ਉਹ 370 ਦੇ ਉੱਤੇ ਇਹੋ ਜਿਹਾ ਸਟੈਂਡ ਲੈਣ। ਬਲਕਿ ਅਗਸਤ 2019 ਦੇ ਵੇਲੇ ਵੀ ਕਾਂਗਰਸ ਦਾ ਸਟੈਂਡ ਉਸ ਵੇਲੇ ਬੜਾ ਸਪਸ਼ਟ ਸੀਗਾ ਕਿ ਜੋ ਹੋਇਆ ਗਲਤ ਹੋਇਆ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਿਸਟੋਰ ਕਰ ਦਿਆਂਗੇ 370 ਨੂੰ ਤੇ 35A ਨੂੰ। ਭਾਰਤ ਜੋੜੋ ਯਾਤਰਾ ਦੇ ਦੌਰਾਨ ਮੈਂ ਦੇਖਿਆ ਰਾਹੁਲ ਗਾਂਧੀ ਦਾ ਬਿਆਨੀਆ ਇੱਥੇ ਤੱਕ ਆ ਗਿਆ ਕਿ ਅਸੀਂ ਉਸ ਨੂੰ ਦੁਬਾਰਾ ਸਟੇਟਹੁੱਡ ਦਾ ਦਰਜਾ ਦੇਵਾਂਗੇ, ਦੁਬਾਰਾ ਤੋਂ ਸਟੇਟ ਬਣਾ ਦੇਵਾਂਗੇ। ਉਹ ਵੀ ਲੱਦਾਖ ਬਾਰੇ ਨਹੀਂ ਬੋਲਦੇ ਕਿ ਉਸ ਨੂੰ ਵਿੱਚ ਸ਼ਾਮਲ ਕਰਾਂਗੇ ਕਿ ਨਹੀਂ ਕਰਾਂਗੇ, ਜੰਮੂ ਕਸ਼ਮੀਰ ਨੂੰ ਸਟੇਟ ਦਾ ਦਰਜਾ ਦੇਵਾਂਗੇ। ਮੈਨੂੰ ਤਾਂ ਕਾਂਗਰਸ ਜਿਹੜਾ ਰਾਏਪੁਰ ਵਾਲਾ ਕਾਂਗਰਸ ਉਦੋਂ ਹੀ ਪਬਲਿਕ ਵਿੱਚ ਆ ਗਈ ਸੀ 2019 ਚ ਹੀ। ਕੁਝ ਲੀਡਰ ਇੰਡੀਪੈਂਡੈਂਟ ਕਹਿਣ ਲੱਗੇ ਸੀ, ਕੁਝ ਲੀਡਰਾਂ ਨੇ ਬੋਲਿਆ ਹੋਇਆ ਸੀ ਕਿ ਸਾਨੂੰ ਦਾ ਸਟੈਂਡ ਠੀਕ ਲੱਗਦਾ ਹੈ, ਸਾਨੂੰ ਬਾਕੀ ਲੱਗਦਾ ਨਹੀਂ। ਇਸ ਤੋਂ ਇਲਾਵਾ ਬੜੀ ਔਰ ਪਿਛਲੇ ਦਿਨਾਂ ਚ ਫਾਰੂਕ ਅਬਦੁੱਲਾ ਨੂੰ ਉਹ ਜਿਹੜੀ ਕਾਮਨ ਮੀਟਿੰਗ ਦੇ ਵਿੱਚ ਨਹੀਂ ਉਮਰ ਅਬਦੁੱਲਾ ਨੇ ਜਦੋਂ ਕੇਜਰੀਵਾਲ ਨੂੰ ਕਿਹਾ ਤੇਰਾ ਆਰਡੀਨੈਂਸ ਤਾਂ ਠੀਕ ਹੈ, ਇਹ ਜਿਹੜਾ ਕੱਲਾ ਹੈ ਤੇ 370 ਮਿਲੇ ਤੁਸੀਂ ਇਹ ਦੇਖੋ ਵੀ ਉਹ ਮੁਦਈ ਪਾਰਟੀਆਂ, ਰੀਜਨਲ ਪਾਰਟੀਆਂ, ਅਕਾਲੀ ਦਲ ਦੀ ਐਗਜ਼ਾਮਪਲ ਮੈਂ ਲੈ ਰਿਹਾ, ਜਿਨ੍ਹਾਂ ਨੇ ਕੰਗ੍ਰੈਚੁਲੇਟ ਕਰ ਰਹੇ ਆ ਇਹਨੂੰ ਖਤਮ ਕਰਨ ਦੇ ਉੱਪਰ ਜਾਂ ਉਹਦਾ ਸਾਥ ਦੇ ਰਹੇ ਆ, ਓਪਨਲੀ ਸਾਥ ਦੇ ਰਹੇ ਆ। ਉਹ ਪਾਰਟੀਆਂ ਜਿਹੜੀਆਂ ਕਿ ਜਾਣੀਆਂ ਜਾਂਦੀਆਂ ਸੀਗੀਆਂ ਕਿ ਉਹ ਜਿਹੜਾ ਸੰਘਾਤਮਕ ਢਾਂਚਾ ਹੈਗਾ ਜਿਹੜਾ ਹੈਗਾ ਉਹਨੂੰ ਪ੍ਰੋਟੈਕਟ ਕਰਕੇ ਚੱਲਦੀਆਂ ਨੇ ਜਾਂ ਰੀਜਨਲ ਐਸਪੀਰੇਸ਼ਨਸ ਨੂੰ ਅੱਗੇ ਲੈ ਕੇ ਆਉਂਦੀਆਂ, ਉਹ ਚੁੱਪ ਹੋ ਗਈਆਂ। ਕੇਜਰੀਵਾਲ ਇਜ਼ ਵਨ ਐਗਜ਼ਾਮਪਲ। ਇਸੇ ਕਰਕੇ ਉਮਰ ਅਬਦੁੱਲਾ ਉੱਥੇ ਨਹੀਂ ਗਿਆ, ਉਹ ਕਹਿੰਦਾ ਵੀ ਮੈਂ ਕੀ ਕਰਨਾ ਜਾ ਕੇ, ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਹੋ, ਹੁਣ ਸਾਨੂੰ ਸੈਪਰੇਟ ਕੀਤਾ ਹੈਗਾ। ਇਹਦੇ 'ਚ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦਾ, ਜਿਹੜੀ ਸੋਵਰੇਨਟੀ ਦੀ ਗੱਲ ਕਰ ਰਿਹਾ ਤੁਸੀਂ, ਕਿਆ ਜਿਹੜੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹ ਤੁਸੀਂ ਭੁੱਲ ਗਏ ਹੋ? ਕਿਉਂਕਿ ਪਿਛਲੀ ਅਸੈਂਬਲੀ ਦੇ ਵਿੱਚ ਤੁਹਾਡੇ ਯਾਦ ਹੋਊਗਾ 25 ਸੀਟਾਂ ਜਿਹੜੀਆਂ ਸੀਗੀਆਂ ਖਾਲੀ ਰੱਖੀਆਂ ਜਾਂਦੀਆਂ ਸੀ, 25 ਸੀਟਾਂ ਰਿਜ਼ਰਵ ਰੱਖੀਆਂ ਜਾਂਦੀਆਂ ਸੀਗੀਆਂ ਕਿ ਜੀ ਇਹ 25 ਸੀਟਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੀਆਂ ਹੈਗੀਆਂ। ਤੁਸੀਂ ਹੁਣ ਗੱਲ ਸਾਰਾ ਜਿਹੜਾ 5 ਅਗਸਤ ਦਾ ਡਿਸੀਜਨ ਹੈ ਉਹ ਰਿਗਾਰਡਿੰਗ ਓਨਲੀ ਦਿਸ ਡਿਸੀਜਨ, ਇਹਦਾ ਜਿਹੜਾ ਤੁਹਾਡਾ ਜੰਮੂ ਐਂਡ ਕਸ਼ਮੀਰ ਹੈ ਜਾਂ ਲੱਦਾਖ ਹੈ, ਇਹਦਾ ਮਤਲਬ ਹੈ ਤੁਸੀਂ ਉਹਨੂੰ ਆਲਰੇਡੀ ਭੁੱਲ ਚੁੱਕੇ ਹੋ ਜਾਂ ਉਹਨੂੰ ਕਹਿ ਚੁੱਕੇ ਹੋ ਵੀ ਠੀਕ ਹੈ ਚਲਾ ਗਿਆ। ਪਰ ਸੈਂਟਰ ਦੀ ਇਮਾਨਦਾਰ ਕੋਸ਼ਿਸ਼ ਹੈ ਕਿ ਉਹ ਪਖੰਡ ਛੱਡ ਰਹੇ ਨੇ, ਕਾਂਗਰਸ ਦਾ ਪਖੰਡ ਸੀਟ ਪਰ ਉਹਨਾਂ ਦੀ ਇਮਾਨਦਾਰੀ 317 ਢਾਹ। ਜਿਹੜਾ ਆਰਐਸਐਸ ਦਾ ਇਮਾਨਦਾਰ ਏਜੰਡਾ ਹੈ ਜੀ, ਉਹ ਤਾਂ ਅਖੰਡ ਭਾਰਤ ਦਾ, ਅਖੰਡ ਭਾਰਤ ਦੇ ਵਿੱਚ ਵੀ ਪਾਕਿਸਤਾਨ ਫਲਾਨਾ ਧਮਕਾ ਸਾਰਾ ਅਖੰਡ ਚ ਆਉਂਦਾ ਜੀ ਜੀ, ਜੇ ਪੁਰਾਣੇ ਚ ਦੇਖੀਏ। ਬਿਲਕੁਲ ਜਿਹਨੂੰ ਉਦੋਂ ਬਾਅਦ ਲੋਹੀਆ ਮਤਲਬ ਫੈਡਰੇਸ਼ਨ ਕਨਫੈਡਰੇਸ਼ਨ ਦੀ ਗੱਲ ਕਰਦੇ ਵੀ ਅਲੱਗ-ਅਲੱਗ ਹੁੰਦੇ ਹੋਏ ਵੀ ਕਰੇ, ਤਾਂ ਇਟ ਮੀਨ ਜੋ ਅਸੀਂ ਵਾਪਸ ਲੈਣ ਦੀ ਗੱਲ ਕਰਦੇ ਆ ਨਾ ਹਮੇਸ਼ਾ ਹੀ, ਦੇਖੋ ਅਮੀਰ ਜੀ ਜਦੋਂ ਵਾਪਸ ਲੈਣ, ਹਾਂ ਇਹ ਅਲੱਗ ਗੱਲ ਹੈ ਕਿ ਲੰਮਾ ਸਮਾਂ ਉਹਨਾਂ ਨੂੰ ਵੀ ਜਦੋਂ ਪੂਰੀ ਪਾਵਰ ਨਹੀਂ ਸੀ ਦਿੱਲੀ ਦੇ ਵਿੱਚ, ਉਸ ਵੇਲੇ ਗੱਲਾਂ ਕਰਨੀਆਂ ਸੌਖੀਆਂ ਸੀ, ਉਸ ਵੇਲੇ ਗੱਲਾਂ ਕਰਨੀਆਂ ਵੀ ਸੌਖੀਆਂ ਸੀ। ਉਸ ਵੇਲੇ ਕੋਲੀਸ਼ਨ ਚ ਤੁਸੀਂ ਇਹ ਤਿੰਨੇ ਮੁੱਦੇ ਵੀ ਬਾਹਰ ਰੱਖਦੇ ਸੀ, ਕਾਮਨ ਏਜੰਡੇ ਤੋਂ ਤਿੰਨੇ ਮੁੱਦੇ ਬਾਹਰ ਰੱਖਦੇ ਸੀ। ਪਰ ਜਦ ਹੁਣ ਪੂਰੀ ਪਾਵਰ ਆ ਗਈ ਤਾਂ ਇੱਕ ਇੱਕ ਕਰਕੇ, ਚਾਹੇ ਉਹ ਮੰਦਰ ਦਾ ਮੁੱਦਾ,
ਚਾਹੇ ਉਹ UCC ਦਾ ਮੁੱਦਾ ਹੈ, ਯੂਨੀਵਰਸਲ ਸਿਵਲ ਕੋਡ ਵੀ ਆ ਰਿਹਾ ਹੁਣ ਉਸੇ ਮਾਮਲੇ ਦੇ ਵਿੱਚ, ਚਾਹੇ ਜੰਮੂ ਕਸ਼ਮੀਰ ਵਾਲਾ ਮੁੱਦਾ, ਤੇ ਉਹ ਤਾਂ ਇੱਕ ਧਿਰ ਸੀ, ਇੱਕ ਮਾਈਂਡ ਸੈਟ ਸੀ। ਪਰ ਜਿਹੜਾ ਕੰਟਰੀ ਅਸੀਂ ਬਣਾਇਆ, ਜਿਹਦੇ ਨੂੰ ਅਸੀਂ ਕਹਿ ਰਹੇ ਸੀ ਕਿ ਤਾਂ ਓਵਰਆਲ ਲੋਕਾਂ ਦਾ ਮਾਈਂਡ ਸੈਟ ਵੀ ਸੈਕੂਲਰ ਹੈ, ਡਾਇਵਰਸ ਕੰਟਰੀ ਹੈ, ਵੱਖਰੇ ਨੇ, ਉੱਥੇ ਜਿਹੜੀ ਪਬਲਿਕ ਆਵਾਜ਼ ਵੀ ਹੁੰਦੀ ਹੈ ਨਾ, ਬੜੇ ਵੱਡੇ ਪੱਧਰ ਤੇ ਉੱਠਦੀ ਹੈ, ਉਹ ਵੀ ਕਿਤੇ ਦਿਖਾਈ ਉਸ ਰੂਪ ਚ ਨਹੀਂ ਦਿੰਦੀ। देखो मैं एक चीज ऐड करना चाहना, मैं कई इंटरव्यूज वगैरह पढ़ रहा ਸੀਗਾ, ਇੱਕ ਜਿਹੜੀ ਆਮ ਜਨਤਾ ਦੀ ਆਵਾਜ਼ ਹੈਗੀ ਹੈ, ਉਹਨਾਂ ਵਿੱਚੋਂ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੇ ਅੰਦਰ ਇੱਕ ਡਰ ਸੀਗਾ, ਉਹ ਡਰ ਸੀਗਾ ਵੀ ਆਰਟੀਕਲ 370 ਖਤਮ ਨਾ ਹੋ ਜਾਵੇ। ਹੁਣ ਉਹ ਡਰ ਖਤਮ ਹੋ ਚੁੱਕਿਆ। ਇਟ ਮੀਨਸ ਕਿ ਅਸੀਂ ਬਿਲਕੁਲ ਹੀ ਅਨਲੀਸ਼ ਹੋ ਚੁੱਕੇ ਹਾਂ, ਆਜ਼ਾਦ ਹੋ ਚੁੱਕੇ ਹਾਂ, ਕਿਉਂਕਿ ਉਹ ਇੱਕ ਬਾਈਂਡਿੰਗ ਫੋਰਸ ਸੀਗੀ ਆਰਟੀਕਲ 370 ਇੰਡੀਆ ਤੇ ਜੰਮੂ ਐਂਡ ਕਸ਼ਮੀਰ ਦੀ, ਉਹਨਾਂ ਦੇ ਆਪਣਾ ਸੋਚ ਹੈਗੀ ਹੈ, ਔਰ ਉਹ ਜਿਹੜੀ ਹੈਗੀ ਹੈ ਖਤਮ ਹੋਣ ਦੇ ਨਾਲ ਹੁਣ ਅਸੀਂ ਬਿਲਕੁਲ ਹੀ ਫ੍ਰੀ ਹੋ ਚੁੱਕੇ ਹਾਂ, ਜਿਹਦਾ ਮਤਲਬ ਇਹ ਹੈਗਾ ਵੀ ਦਰਾੜ ਜਿਹੜੀ ਹੈਗੀ ਆ ਹੋਰ ਵੱਡੀ ਹੋ ਚੁੱਕੀ ਹੈ ਵੈਲੀ ਦੇ ਲੋਕਾਂ 'ਚ ਤੇ ਆਪਣੇ ਦੇ ਵਿੱਚ, ਉਹਨਾਂ ਦਾ ਇਹ ਮੰਨਣਾ ਹੈਗਾ। ਇਸ ਕਰਕੇ ਕਹਿੰਦੇ ਹੁਣ ਕੁਛ ਮਰਜ਼ੀ ਹੋਈ ਚੱਲੇ, ਹੁਣ ਅਸੀਂ ਵੀ ਆਰ ਨਾਟ ਗੋਇੰਗ ਬੈਕ, ਅਸੀਂ ਪਿੱਛੇ ਨਹੀਂ ਮੁੜ ਕੇ। ਮੈਨੂੰ ਲੱਗਦਾ ਅਸੀਂ 4 ਸਾਲਾਂ ਦੇ ਵਿੱਚ, ਮਤਲਬ ਜੇ ਆਪਾਂ ਪ੍ਰੈਕਟਿਸ ਦੇਖੀਏ, ਜਿਹੜਾ ਇੱਕ ਕੇਂਦਰ ਸਰਕਾਰ ਦਾ ਐਫੀਡੈਵਿਟ ਹੈ ਤੇ ਉਹਦਾ ਜੇ ਕੰਪੈਰੀਜ਼ਨ ਕਰੀਏ, ਹੈ ਨਾ, ਸਾਨੂੰ ਦਿਖ ਰਿਹਾ ਇੱਕ ਮੀਟਿੰਗ ਤਾਂ ਪ੍ਰਾਈਮ ਮਿਨਿਸਟਰ ਨੇ ਸੱਦੀ ਸੀ ਗੁਪਕਾਰ ਅਲਾਇੰਸ ਦੇ ਨਾਲ, ਲੋਕਲ ਲੀਡਰਸ਼ਿਪ ਦੇ ਨਾਲ, ਚਲੋ ਉਦੋਂ ਬਾਅਦ ਮੀਟਿੰਗ ਨਹੀਂ ਹੋਈ ਕਦੇ ਵੀ ਉਹਨਾਂ ਦੀ ਲੀਡਰ। ਮੈਨੂੰ ਲੱਗਦਾ ਜੰਮੂ ਕਸ਼ਮੀਰ ਦੇ ਲੋਕਾਂ ਨੇ ਅਜੇ ਬੋਲਣਾ, ਉਹਨਾਂ ਦੀ ਗੱਲ ਸੁਣੀ 4 ਸਾਲ ਚ ਓਪਨਲੀ ਤਾਂ ਨਹੀਂ ਸੁਣੀਗੀ, ਔਰ ਉਹ ਲੀਡਰਸ਼ਿਪ ਇੱਕ ਲੈਵਲ ਦੀ ਉਹਦੇ ਤੇ ਦਹਿਸ਼ਤ ਦਿਖਾਈ ਦੇ ਰਹੀ ਹੈ, ਮਤਲਬ ਖੁੱਲ ਕੇ ਕੋਈ ਇਸ ਰੂਪ ਦੇ ਵਿੱਚ ਨਹੀਂ ਆ ਰਿਹਾ। ਔਰ ਫੇਰ ਹੋਈਆਂ ਡਿਸਟ੍ਰਿਕਟ ਡਿਵੈਲਪਮੈਂਟ ਕੌਂਸਲ ਦੀਆਂ ਚੋਣਾਂ, ਉਹ ਚੋਣਾਂ ਦੇ ਵਿੱਚ ਵੀ ਇਹ ਧਿਰ ਹਾਰੀ, ਉਹ ਚੋਣਾਂ ਦੇ ਵਿੱਚ ਵੀ ਦੂਜੀ ਜਿਹੜੇ ਅਲਾਇੰਸ ਧਿਰ ਜਿੱਤੀ, ਪਰ ਉੱਥੇ ਕੰਮ ਕਰਨ ਲਈ ਕੋਈ ਨਹੀਂ, ਸਾਰੇ ਹੋਟਲਾਂ 'ਚ ਰੱਖੇ ਹੋਏ ਨੇ ਬੰਦੇ ਤੇ ਜਿਹੜੇ ਫੀਲਡ 'ਚ ਜਾ ਨਹੀਂ ਸਕਦੇ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਪੰਚਾਇਤੀ ਚੋਣਾਂ ਵੇਲੇ। ਤੇ ਫਿਰ ਤੀਜੀ ਗੱਲ, ਆ ਪਿਛਲੇ ਸਾਲ ਤੱਕ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਉੱਥੇ ਮਤਲਬ ਬਸਾਣਾ ਵੀ ਨਹੀਂ ਸੀ, ਹੁਣ ਫਾਰ ਦੀ ਟਾਈਮ ਵੀ ਉੱਥੇ ਨੌਕਰੀਆਂ ਦੇ ਦਿੱਤੀਆਂ ਗਈਆਂ ਵੀ ਚਲੋ, ਉਹ ਕਿੰਨੇ ਕਿਲਿੰਗ ਵੀ ਹੋਈਆਂ ਨੇ ਤੇ ਉਹ ਲਗਾਤਾਰ ਪ੍ਰੋਟੈਸਟ ਕਰਦੇ ਰਹੇ ਨੇ ਕਿ ਸਾਨੂੰ ਤਾਂ ਬੈਡਰਾ ਕਰੋ, ਨਹੀਂ ਇੱਥੋਂ ਅਸੀਂ ਛੱਡ ਜਾਾਂਗੇ ਉਸਨੇ ਬੰਦੇ। ਇਹ ਜਿਹੜਾ ਟੋਟਲ ਹਾਲਾਤ ਹੈ ਇਹ ਉਹਦੇ ਨਾਲ ਵੀ ਮੈਚ ਨਹੀਂ ਕਰਦਾ ਜੋ ਐਫੀਡੈਵਿਟ ਕਹਿ ਰਹੇ ਆ ਕਿਸੇ ਨਾ ਕਿਸੇ ਨੂੰ। ਐਕਚੁਅਲੀ ਦੇਖੋ ਬੀਜੇਪੀ ਇੱਕ ਤਾਂ ਆਪਣੇ ਨੈਰੇਟਿਵ ਨੂੰ ਪਲੇ ਅਪ ਕਰਦੀ ਹੈ, ਉਹਨਾਂ ਦੀ ਪੋਲਿਟਿਕਸ ਬਹੁਤ ਸਾਫ਼ ਹੈ। ਇੱਕ ਪੋਲਿਟਿਕਸ ਹੈਗੀ ਆ ਉਹਨਾਂ ਦੀ ਰਾਈਟ ਵਿੰਗ ਇਕਨੋਮਿਕਸ ਵਾਲੀ ਪੋਲਿਟਿਕਸ ਹੈ, ਦੂਸਰੀ ਉਹਨਾਂ ਦੀ ਹੈਗੀ ਹੈ ਕਿ ਅਸੀਂ ਆਪਣੇ ਨੈਰੇਟਿਵ ਨੂੰ ਕਿਵੇਂ ਫੀਡ ਕਰਨਾ। ਜੇ ਧਾਰਾ 370 ਖਾਲਿਦ ਸਾਹਿਬ ਨੇ ਕਿਹਾ ਵੀ ਘਸ ਚੁੱਕੀ ਸੀ, ਇੱਥੋਂ ਤੱਕ ਘਸ ਚੁੱਕੀ ਸੀ ਵੀ ਝੰਡਾ ਵੀ ਮੇਰਾ ਖਿਆਲ ਲੈ ਚੁੱਕਾ ਸੀ, ਸਦਰੇ ਰਿਆਸਤ ਵਾਲੀ ਫੀਤੀ ਤਾਂ ਪਹਿਲਾਂ ਹੀ ਲੈ ਗਈ ਸੀ, ਬਿਲਕੁਲ, ਬਾਕੀ ਉਹਦੇ 'ਚ ਕੁਝ ਬਚਿਆ ਨਹੀਂ ਸੀ, ਝੰਡਾ ਉਹ ਰੱਖਿਆ ਸੀ ਪਰ ਉਹਦੀ ਉਹ ਗਲੋਰੀਅਸ, ਉਹਦੀ ਗਲੋਰੀ ਨਹੀਂ ਸੀ। ਸੋ ਬਾਕੀ ਇੱਕ ਨੈਰੇਟਿਵ ਬਚਿਆ ਸੀ। ਜਿਸ ਵੇਲੇ ਤੁਸੀਂ ਪੂਰੇ ਮੁਲਕ ਦੇ ਵਿੱਚ ਐਂਟੀ ਮਾਈਨੋਰਿਟੀ ਨੈਰੇਟਿਵ ਦੇ ਅਜਾਰੇਦਾਰੀ ਲਈ ਹੋਵੇ, ਉਹਦੇ ਵਿੱਚ 370 ਨੂੰ ਸਕ੍ਰੈਪ ਕਰਨਾ ਉਹਨਾਂ ਨੂੰ ਫਿੱਟ ਬੈਠਦਾ ਸੀ, ਫਰਕ ਬਹੁਤਾ ਨਹੀਂ ਪੈਂਦਾ। ਹਾਂ, ਜਿਹੜੀ ਵੈਲੀ ਦੇ ਲੋਕਾਂ ਨਾਲ ਹਿੰਦੁਸਤਾਨ ਦੀ ਸਰਕਾਰ ਦੀ ਵਿੱਥ ਹੈ, ਇਹ ਤਾਂ ਪ੍ਰਾਈਸ ਉਹ ਪਹਿਲਾਂ ਹੀ ਪੇ ਕਰਨ ਲਈ ਤਿਆਰ ਨੇ। ਕੀ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ 13-14% ਪਾਪੂਲੇਸ਼ਨ ਵਾਲੀ ਇੱਕ ਕਮਿਊਨਿਟੀ ਦੇ ਨਾਲ ਆਪਣੀ ਵਿੱਥ ਨੂੰ ਦੱਬ ਕੇ ਰੇਖਾਂਕਿਤ ਨਹੀਂ ਕੀਤਾ? ਕੀ ਇਹ ਉਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਫਾਇਦਾ ਨਹੀਂ ਪਹੁੰਚਾ ਰਹੀ? ਤੇ ਫਿਰ ਉਹ ਇਹ ਵਿੱਥ ਕਿਉਂ ਨਹੀਂ ਅਫੋਰਡ ਕਰ ਸਕਦੇ? ਇੱਕ ਸਟੇਟ ਦੇ ਨਾਲ ਜੇ ਉਹ ਵਿੱਥ ਪੈ ਵੀ ਜਾਵੇ ਤਾਂ ਇਹ ਵੀ ਉਹ ਅਫੋਰਡ ਕਰ ਲੈਣਗੇ। ਖਾਸ ਤੌਰ ਤੇ ਉਸ ਵੇਲੇ ਜਿਸ ਵੇਲੇ ਬਾਕੀ ਦੀਆਂ ਮਾਈਨੋਰਿਟੀਜ਼ ਦੀ ਆਵਾਜ਼ ਸਾਨੂੰ ਉਸ ਤਰੀਕੇ ਨਾਲ ਸੁਣਾਈ ਨਹੀਂ ਦਿੱਤੀ। ਇਹਨਾਂ ਨੇ ਅਕਾਲੀ ਦਲ ਦਾ ਨਾਮ ਲਿਆ। ਦੇਸ਼ ਦੇ ਵਿੱਚ ਹੋਰ ਬਹੁਤ ਸਾਰੀਆਂ ਮਾਈਨੋਰਿਟੀਜ਼ ਨੇ। ਇੱਕ ਤੇ ਅਸੀਂ ਭਰਮ ਭੁਲੇਖਿਆਂ ਨਾਲ ਮਾਈਨੋਰਿਟੀ ਨੂੰ ਨੰਬਰਸ ਨਾਲ ਜੋੜ ਲਿਆ ਕਿ ਜਿਨ੍ਹਾਂ ਦੇ ਨੰਬਰਸ ਘੱਟ ਹੋਣ ਉਹ ਮਾਈਨੋਰਿਟੀ ਹੁੰਦੇ ਨੇ। ਜੇ ਇਦਾਂ ਹੀ ਗੱਲ ਸੀਗੀ ਤੇ ਇੰਨੇ ਕਰੋੜਾਂ ਦੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦੀ ਗਿਣਤੀ ਕਦੀ 1 ਲੱਖ ਤੋਂ ਉੱਤੇ ਨਹੀਂ ਟੱਪੀ। ਜਦੋਂ ਰਾਬਰਟ ਕਲਾਈਵ ਆਇਆ ਸੀਗਾ ਤੇ ਬੰਦੇ 3000 ਸੀਗੇ ਪੂਰੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਲਈ। ਮਾਈਨੋਰਿਟੀ ਦੀ ਸੈਂਸ ਹਮੇਸ਼ਾ ਤੁਹਾਡੀ ਡਿਸਐਮਪਾਵਰਮੈਂਟ ਦੇ ਨਾਲ ਜੁੜੀ ਹੈ ਕਿ ਤੁਸੀਂ ਕਿੰਨੇ ਸ਼ਕਤੀਹੀਨ ਕਰ ਦਿੱਤੇ ਗਏ। ਇਸ ਦੇਸ਼ ਦੇ ਵਿੱਚ ਦਲਿਤ ਤੋਂ ਵੱਧ ਕੇ ਕੌਣ ਮਾਈਨੋਰਿਟੀ ਹੈ ਤੇ ਮਾਇਆਵਤੀ ਦੀ ਪਾਰਟੀ ਤੋਂ ਜ਼ਿਆਦਾ ਕੌਣ ਉਸ ਆਵਾਜ਼ ਦਾ ਠੇਕੇਦਾਰ ਬਣਿਆ ਹੋਇਆ ਸੀ? ਇਹ ਬੀਐਸਪੀ ਵੀ ਨਾਲ ਵੋਟ ਕਰ ਰਹੀ ਸੀ। ਇਹ ਜਿਹੜਾ ਮੋਦੀ ਸਾਹਿਬ ਨੂੰ ਪੱਟ ਤੇ ਹੱਥ ਮਾਰ ਕੇ ਚੈਲੰਜ ਕਰਦਾ ਸੀ ਵਾਈਐਸਆਰ ਦਾ ਮੁੰਡਾ, ਉਹ ਵੀ ਇਹਦੇ ਨਾਲ ਇਹਦਾ ਪਾਰਟ ਬਣਿਆ ਹੋਇਆ ਸੀ। ਆ ਬੀਜੂ ਜਨਤਾ ਦਲ ਵੀ ਇਹਦਾ ਪਾਰਟ ਬਣਿਆ ਹੋਇਆ ਸੀ। ਸਾਰੇ ਰੀਜਨਲ ਗਰੁੱਪਸ। ਸੋ ਜਿਸ ਵੇਲੇ ਜੇ ਅਸੀਂ 370 ਦੇ ਇਸ ਸੁਪਰੀਮ ਕੋਰਟ ਦੇ ਕੇਸ ਨੂੰ ਉਸ ਪ੍ਰਿਜ਼ਮ ਦੇ ਵਿੱਚੋਂ ਪੜਾਂਗੇ ਕਿ ਇਹ ਫੈਡਰਲਿਜ਼ਮ ਦਾ ਦੇਸ਼ ਵਿੱਚ ਕੀ ਕਰੇਗੀ, ਇਹਨਾਂ ਤੰਦਾਂ ਨੂੰ ਸੂਬਿਆਂ ਤੇ ਸੈਂਟਰ ਦੇ ਆਪਸ ਵਿੱਚ ਅਧਿਕਾਰ ਕੀ ਹੋਣਗੇ, ਤੇ ਅਸੀਂ ਪਿੱਛੇ ਜਾ ਕੇ ਬਾਬਾ ਸਾਹਿਬ ਅੰਬੇਦਕਰ ਦੇ ਵੇਲੇ ਵੀ ਜਿਹੜੀਆਂ ਗਲਤੀਆਂ ਹੋਈਆਂ ਨੇ
ਕਿਉਂਕਿ ਅਸੀਂ ਇੰਨਾ ਫਲੈਕਸੀਬਲ ਫੈਡਰਲਿਜ਼ਮ ਰੱਖਿਆ ਹੈ। ਅੰਬੇਦਕਰ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਕਿ ਐਟ ਦਾ ਸੇਮ ਟਾਈਮ ਇਹ ਯੂਨਿਟਰੀ ਵੀ ਹੋਵੇਗਾ, ਐਟ ਦਾ ਸੇਮ ਟਾਈਮ ਇਹ ਸਟੇਟਾਂ ਦੇ ਹੱਕ ਵਿੱਚ ਵੀ ਹੋਵੇਗਾ। ਇਟ ਡਿਪੈਂਡਸ ਅਪਨ ਟਾਈਮ ਐਂਡ ਸਰਕਮਸਟੈਂਸ, ਇਹ ਉਹਨਾਂ ਦੇ ਸ਼ਬਦ ਨੇ। ਟਾਈਮ ਐਂਡ ਸਰਕਮਸਟੈਂਸ ਦੇ ਉੱਤੇ ਜਿਸ ਵੇਲੇ ਚੀਜ਼ਾਂ ਡਿਪੈਂਡ ਕਰਨ ਲੱਗ ਜਾਣ, ਜਿਸ ਵੇਲੇ ਉਹਦੇ ਵਿੱਚ ਇੰਨੀ ਫਲੈਕਸੀਬਿਲਿਟੀ ਆ ਜਾਵੇ, ਤਾਂ ਉਸ ਲਚਕ ਦਾ ਫਾਇਦਾ ਉਠਾਉਣ ਦੀ ਕੈਪੈਸਿਟੀ ਹਮੇਸ਼ਾ ਸਰਕਾਰ ਦੀ ਜ਼ਿਆਦਾ ਹੁੰਦੀ ਹੈ ਤੇ ਡਾਢੀ ਸਰਕਾਰ ਦੀ ਹੋਰ ਵੀ ਵਧੇਰੇ ਹੁੰਦੀ ਹੈ। ਹੁਣ ਇਹਨਾਂ ਸਰਕਾਰਾਂ ਨੂੰ ਇਹ ਸਮਝਣਾ ਪਏਗਾ, ਇਹਨਾਂ ਸੂਬਿਆਂ ਦੇ ਅਧਿਕਾਰਾਂ ਨੂੰ। ਜੇ ਤੁਸੀਂ ਧਿਆਨ ਨਾਲ ਦੇਖੋ, 370 ਤੋਂ ਵੱਡੀ 370 GST ਹੈ। ਕਹਿਣ ਨੂੰ ਕਿਸੇ ਨੂੰ ਜੇ ਮੈਥਮੈਟਿਕਸ ਆਉਂਦਾ ਹੋਵੇ ਤਾਂ ਇੰਜ ਜਾਪਦਾ ਹੈ ਕਿ ਸੂਬਿਆਂ ਕੋਲ 2/3 ਵੋਟਾਂ ਨੇ, ਸੈਂਟਰ ਕੋਲ ਤਾਂ ਕੇਵਲ 1/3 ਵੋਟਾਂ ਨੇ। ਪਰ ਕੌਂਸਲ ਦੇ ਵਿੱਚ ਵੋਟ ਕਲੀਅਰ ਕਰਾਉਣ ਲਈ ਤੁਹਾਨੂੰ 75% ਵੋਟ ਚਾਹੀਦੀ ਹੈ, ਵਿਚ ਮੀਨਸ GST ਦੇ ਉੱਤੇ ਸੈਂਟਰ ਕੋਲ ਇੱਕ ਵੀਟੋ ਪਾਵਰ ਹੈ। ਦੂਸਰੀ, ਹੁਣ ਰਾਜ ਸਭਾ ਦੇ ਵਿੱਚ ਜੇ ਬੀਜੇਪੀ ਕੋਲ ਕੰਪਲੀਟ ਮੈਜੋਰਿਟੀ ਆ ਜਾਵੇ, ਕੌਣ ਰੋਕ ਸਕਦਾ ਕਿ ਤੁਸੀਂ ਸੂਬਿਆਂ ਦੇ ਜਿਹੜੀ ਅਧਿਕਾਰਾਂ ਵਾਲੀ ਲਿਸਟ ਹੈ, ਕਿਉਂਕਿ ਅਸੀਂ 3 ਲਿਸਟਾਂ ਬਣਾਈਆਂ ਨੇ, ਇਹ ਸੈਂਟਰ ਦੇ ਅਧਿਕਾਰ ਨੇ ਸੂਬਿਆਂ ਦੇ, ਤੇ ਇਹ ਦੋਨਾਂ ਦੇ ਸਾਂਝੇ, ਜਿਹਨੂੰ ਅਸੀਂ ਕਨਕਰੈਂਟ ਕਹਿੰਦੇ ਆ। ਉਹ ਧੰਨ ਪਾਕਿਸਤਾਨ ਵਾਲੇ ਨੇ ਤੇ ਧੰਨ ਉਹਨਾਂ ਦਾ ਸੰਵਿਧਾਨ ਹੈ ਵੀ ਉਹਨਾਂ ਨੇ ਕਨਕਰੈਂਟ ਲਿਸਟ ਨੂੰ ਖਤਮ ਕਰਕੇ ਉਹ ਸਾਰੇ ਅਧਿਕਾਰ ਪਿਓਰਲੀ ਸੂਬਿਆਂ ਨੂੰ ਦੇ ਦਿੱਤੇ ਨੇ, ਸੈਂਟਰ ਨੇ ਕੋਲੋਂ ਛੱਡ ਦਿੱਤੇ ਨੇ। ਅਸੀਂ ਹਲੇ ਏਡੇ ਤਕੜੇ ਨਹੀਂ ਹੋਏ, ਉਦਾਂ ਅਸੀਂ ਪਾਕਿਸਤਾਨ ਨੂੰ ਡਰਾਉਂਦੇ ਫਿਰਦੇ ਆ। ਸਾਡੇ ਜਦੋਂ ਮਰਜ਼ੀ ਉਸ ਕਨਕਰੈਂਟ ਲਿਸਟ ਦੇ ਵਿੱਚੋਂ ਕੋਈ ਚੀਜ਼ ਨੂੰ ਸੈਂਟਰ ਕਹਿ ਦੇਵੇ ਕਿ ਇਹਦੇ 'ਚ ਨੈਸ਼ਨਲ ਇੰਟਰਸਟ ਇਨਵੋਲਡ ਹੈ, ਤੇ ਉਹ ਜਾ ਕੇ ਨੈਸ਼ਨਲ ਸਬਜੈਕਟ ਹੋ ਜਾਏਗਾ। ਉਹ ਕਿਸੇ ਸਟੇਟ ਦੇ ਮੁੱਦੇ ਨੂੰ ਵੀ ਲੈ ਸਕਦਾ ਹੈ। ਆ 3 ਫਾਰਮ ਲਾਜ਼ ਦੇ ਉੱਤੇ ਇੱਕ ਇੰਨੀ ਵੱਡੀ ਸਟਰਗਲ ਹੋਈ, ਪਰ ਅਜੇ ਵੀ ਉਸ ਸਟਰਗਲ ਨੇ ਡਾਇਰੈਕਟਲੀ ਉਹ ਕਾਨੂੰਨ ਦੀ ਲੜਾਈ ਨਹੀਂ ਵੇਖੀ ਜਿਹਦੇ 'ਚ ਉਹਨੇ ਟੈਸਟ ਹੋਣਾ ਸੀ ਕਿ ਇਹ 3 ਫਾਰਮ ਲਾਜ਼ ਪਾਸ ਕੀਤੇ ਜਾ ਸਕਦੇ ਸੀ ਕਿ ਨਹੀਂ। ਕਿਉਂਕਿ ਸਭ ਨੂੰ ਪਤਾ ਹੈ ਕਿ ਐਗਰੀਕਲਚਰ ਕਿਹੜਾ ਸਬਜੈਕਟ ਸੀਗਾ, ਇੰਟਰਸਟੇਟ ਟ੍ਰੇਡ ਕਿਸ ਵਿੱਚ ਪੈਂਦੇ ਸੀਗੇ। ਇਹ ਮਾਮਲੇ ਸੈਂਟਰ ਤੇ ਸਟੇਟਾਂ ਦੇ ਵੱਡੇ ਮਾਮਲੇ ਨੇ। ਜਿਹੜੀ ਖਾਲਿਦ ਸਾਹਿਬ ਨੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਦਰਅਸਲ ਸੈਂਟਰ ਲਗਾਤਾਰ ਸੂਬਿਆਂ ਦੇ ਅੰਦਰ ਵੜਦਾ ਹੀ ਆ ਰਿਹਾ। GST ਫਾਈਨੈਂਸ਼ੀਅਲ ਰਸਤਾ ਹੈ, NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਨਾਂ ਦਾ ਕਾਨੂੰਨ ਵਾਲਾ ਡੰਡਾ ਹੈ। ਇੱਕ ਡੰਡਾ ਸਟੇਟ ਕੋਲ ਹੁੰਦਾ ਸੀ ਕਿ ਜਿਹਨੂੰ ਚਾਹੇ ਫੜ ਕੇ ਅੰਦਰ ਕਰ ਸਕਦੀ ਹੈ, ਜਿਹਨੂੰ ਚਾਹੇ ਫੜਨ ਤੋਂ ਇਨਕਾਰੀ ਕਰ ਸਕਦੀ ਹੈ। ਹੁਣ ਸੈਂਟਰ ਨੇ ਉਹ ਵੀ ਖਤਮ ਕਰ ਦਿੱਤਾ ਹੈ। ਅਜੀਤ ਦੋਵਾਲ ਪੰਜਾਬ ਦੇ ਤੇ ਹਰ ਸੂਬੇ ਦੇ ਹਰ ਮੁਹੱਲੇ ਦੇ SHO ਆਪ ਲੱਗੇ ਨੇ। ਇਹ ਕਾਨੂੰਨੀ ਪਾਵਰ ਉਹਨਾਂ ਕੋਲ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ NIA ਐਕਟ ਦੇ ਥੱਲੇ ਹੈ। ਉਸ ਦੀ ਆਪੋਜੀਸ਼ਨ ਸਾਨੂੰ ਇੱਥੋਂ ਕਿਸ ਤੋਂ ਦਿਖਾਈ ਦੇ ਰਹੀ ਹੈ। ਸੋ ਇਹ ਜਿਹੜੇ ਲਾਰਜਰ ਜਿਹੜੇ ਸੁਪਰੀਮ ਕੋਰਟ ਦੇ ਲਾਰਜਰ ਵਡੇਰਾ ਬਣੇਗਾ। ਲਾਰਜਰ ਜਿਹੜਾ ਕੁਐਸਚਨ ਇੱਕ ਇਹ ਹੈ ਜੀ ਖਾਲਿਦ ਸਾਹਿਬ, ਜਿਵੇਂ ਜਿਹੜਾ ਅਸੀਂ ਇਕਨੋਮਿਕ ਮਾਡਲ ਟੋ ਕਰ ਰਹੇ ਹਾਂ, ਓਵਰਆਲ ਇਕਨੋਮਿਕ ਮਾਡਲ ਨੂੰ ਫੋਲੋ ਕਰ ਰਹੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਉਹ ਲਾਜ਼ਮੀ ਹੈ ਕਿ ਕਾਰਪੋਰੇਟ ਮਾਡਲ ਹੀ ਹੈ। ਜਦੋਂ ਉਸ ਮਾਡਲ ਨਾਲ ਸਾਡਾ ਪੋਲੀਟੀਕਲ ਡਿਫਰੈਂਸਸ ਨਹੀਂ ਆਉਣਗੇ, ਜਿਹੜੇ ਵੀ ਧਿਰ ਦੇ, ਚਾਹੇ ਉਹ ਰੀਜਨਲ ਹੋਵੇ ਚਾਹੇ ਉਹ ਜਿਹੜੀ ਮਰਜ਼ੀ ਧਿਰ ਹੋਵੇ, ਤਾਂ ਅਸੀਂ ਉਮੀਦ ਕਿਵੇਂ ਰੱਖਦੇ ਆ ਕਿ ਉਹ ਫੈਡਰਲਿਜ਼ਮ ਲਈ ਲੜਨਗੇ, ਉਹ ਫਲਾਣੇ ਹੱਕ ਲਈ ਲੜਨਗੇ। ਦੇਖੋ ਅਸੀਂ ਤਾਂ ਆਪ ਸਾਡੇ ਲੋਕਲ ਲੀਡਰਸ਼ਿਪ ਵੀ ਉਵੇਂ ਹੱਥ ਬੰਨ੍ਹਦੀ ਫਿਰਦੀ ਹੈ ਵੀ ਜਨਾਬ ਜੋ ਲੈਣਾ ਲਓ ਤੇ ਸਾਡਾ ਇਹ ਕੰਮ ਕਰੋ। ਮੈਂ ਦੱਸਣਾ ਤੁਹਾਨੂੰ ਕਿ 1967 ਦੇ ਬਾਅਦ 1967 ਤੱਕ ਕਾਂਗਰਸ ਸੈਂਟਰ ਕਾਂਗਰਸ ਸਟੇਟ ਸੀ ਸਾਰਾ ਕੁਝ। 1967 ਦੇ ਬਾਅਦ ਜਿਸ ਵੇਲੇ ਰੀਜਨਲ ਪੋਲੀਟੀਕਲ ਪਾਰਟੀਆਂ ਨੇ ਸਿਰ ਚੁੱਕਿਆ ਔਰ ਸਰਕਾਰਾਂ ਜਿਹੜੀਆਂ ਸੀਗੀਆਂ ਕੋਲੀਸ਼ਨ ਬਣੀਆਂ ਜਾਂ ਆਪਣੀਆਂ ਸਰਕਾਰਾਂ ਬਣੀਆਂ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਟਰਫ ਨੂੰ ਕਾਫੀ ਹੱਦ ਤੱਕ ਸਟਰੋਂਗਲੀ ਪ੍ਰੀਜ਼ਰਵ ਕੀਤਾ ਅਗੇਂਸਟ ਦਾ ਸੈਂਟਰ। ਲੇਕਿਨ ਹੌਲੀ ਹੌਲੀ ਉਹ ਆਪਣੇ ਨੈਰੇਟਿਵ ਭੁੱਲ ਕੇ ਅਸਤਿਤਵ ਦੀ ਲੜਾਈ ਲੜਨ ਲੱਗ ਗਏ ਆ, ਬਜਾਏ ਇਸ ਦੇ ਕਿ ਉਹ ਫੈਡਰਲਿਜ਼ਮ ਦੀ ਲੜਾਈ ਲੜਦੇ। ਅਸਤਿਤਵ ਲੜਾਈ ਦੇ ਵਿੱਚ ਕੀ ਹੋਇਆ, ਜਿਹੜੀਆਂ ਨੈਸ਼ਨਲ ਪੋਲੀਟੀਕਲ ਪਾਰਟੀਆਂ ਹੈ, ਚਾਹੇ ਉਹ BJP ਹੈ ਚਾਹੇ ਕਾਂਗਰਸ ਹੈ ਚਾਹੇ ਕੋਈ ਵੀ ਨੈਸ਼ਨਲ ਪੋਲੀਟੀਕਲ ਪਾਰਟੀ ਹੈ, ਉਹ ਸਲੋਲੀ ਗ੍ਰੈਜੂਅਲੀ ਜਿਹੜਾ ਹੈਗਾ ਸੈਂਟਰਲਾਈਜ਼ ਕਰੇਗੀ ਹੀ ਕਰੇਗੀ। ਉਹਨਾਂ ਦੀ ਟੈਂਡੈਂਸੀ, ਉਹਨਾਂ ਦਾ ਪਾਰਟ ਹੈ। ਤੁਸੀਂ ਅਮਰੀਕਾ 'ਚ ਦੇਖ ਲਓ, ਹੈਗਾ ਫੈਡਰਲਿਜ਼ਮ, ਲੇਕਿਨ ਉੱਥੇ ਸੈਂਟਰ ਗਵਰਨਮੈਂਟ ਹੌਲੀ ਹੌਲੀ ਕਰਦੇ ਇੰਨੀ ਸਟਰੋਂਗ ਹੋ ਚੁੱਕੀ ਹੈ ਕਿ ਸਟੇਟ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਉਹ ਇਹ ਨਹੀਂ ਕਹਿ ਸਕਦੇ ਕਿ ਆਪਾਂ ਹਿੰਦੁਸਤਾਨ ਨਾਲ ਕੋਈ ਮੁਕਾਬਲਾ ਨਹੀਂ ਹੈ। ਅਮਰੀਕਾ ਦੀਆਂ ਫੈਡਰਲ ਸਟੇਟਸ ਨਹੀਂ, ਉਹ ਸਾਡੇ ਉਹਨਾਂ ਦੀ ਆਪਣੀ ਸੋਵਰਨਟੀ ਸਿਟੀਜ਼ਨਸ਼ਿਪ ਤੱਕ ਹੈਗੀ ਨਹੀਂ, ਉਹ ਹੈਗੀ ਹੈ। ਇੱਕ ਸਟੇਟ ਸਿਟੀਜ਼ਨਸ਼ਿਪ ਡਿਨਾਈ ਕਰ ਸਕਦੀ ਹੈ। ਮੈਨੂੰ ਇਹ ਦੱਸੋ, ਇੱਕ ਸਟੇਟ ਸੇਮ ਸੈਕਸ ਮੈਰਿਜ ਡਿਨਾਈ ਕਰਦੀ, ਇੱਕ ਸਟੇਟ ਅਬੋਰਸ਼ਨ ਰਾਈਟਸ ਅਮਰੀਕਨ ਪੋਲਿਟਿਕਸ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਆਪਣੇ ਦਿਮਾਗ ਦੇ ਵਿੱਚ ਤਾਂ ਸੈਂਟਰ ਗਵਰਨਮੈਂਟ ਚੱਲਦੀ ਹੈ। ਕੈਲੀਫੋਰਨੀਆ ਦੇ ਕਿੰਨੇ ਲੀਡਰ ਨੂੰ ਆਪਾਂ ਜਾਣਦੇ ਹਾਂ, ਜਾਂ ਆਈਡਾਹੋ ਦੇ ਕਿੰਨੇ ਲੀਡਰਾਂ ਨੂੰ ਜਾਣਦੇ ਆਪਾਂ। ਆਈਡਾਹੋ ਤੈਨੂੰ ਘੱਟ ਜਾਣਦੇ, ਕੈਲੀਫੋਰਨੀਆ ਵਾਲਿਆਂ ਨੂੰ ਪੋਤੇ ਪੰਜਾਬੀ ਜਾਣਦੇ। ਹਾਂ, ਮੇਨਲੀ ਜਿਹੜਾ ਹੈ ਪੰਜਾਬ ਤੋਂ ਸਲੋਗਨ ਦਿੰਦੀ ਰਹੀ ਹੈ ਇੱਕ ਪਾਰਟੀ, ਆਪਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਸੀ। ਇਸੇ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਵੀ ਜਿਹੜੀਆਂ ਫੈਡਰਲ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਦੀਆਂ, ਉਹਨਾਂ ਦਾ ਹੌਲੀ ਹੌਲੀ ਜਿਹੜਾ ਹੈਗਾ ਸਥਿਤਵ ਖਤਮ ਹੁੰਦਾ ਚਲਾ ਗਿਆ, ਉਹ ਮਰਜ ਹੁੰਦੀਆਂ ਚਲੀਆਂ ਗਈਆਂ। ਔਰ ਇੱਥੇ ਤੱਕ ਹੋਇਆ ਕਿ ਰੀਜਨਲ ਪੋਲੀਟੀਕਲ ਪਾਰਟੀਆਂ ਨੈਸ਼ਨਲ ਪੋਲੀਟੀਕਲ ਪਾਰਟੀਆਂ ਦੇ ਪਿਛਲਗੂ ਲੱਗੀ ਬਣੀਆਂ, ਵੋਟਾਂ ਲੈਣ ਦੇ ਵਿੱਚ ਵੀ, ਸਰਕਾਰਾਂ ਬਣਾਉਣ ਦੇ ਵਿੱਚ ਵੀ,
ਔਰ ਇਹ ਥਾ ਕਿ ਸਾਨੂੰ ਸੱਤਾ 'ਚ ਕਿਤੇ ਨਾ ਕਿਤੇ ਜਗ੍ਹਾ ਮਿਲ ਜਾਵੇ, ਐਸੀ ਤੈਸੀ ਕਰਾਵੇ ਫੈਡਰਲਿਜ਼ਮ, ਐਸੀ ਤੈਸੀ ਕਰਾਵੇ ਰੀਜਨਲ ਐਸਪੀਰੇਸ਼ਨਸ, ਔਰ ਉਹਦਾ ਖਮਿਆਜ਼ਾ ਇਹ ਭੁਗਤਣਾ ਆ ਕਿ ਸੈਂਟਰ ਹੋਰ ਜ਼ਿਆਦਾ ਸਟਰੋਂਗ ਹੁੰਦੇ ਚਲੇ ਗਏ। ਹੁਣ ਤਾਂ ਇਹ ਹੈਗਾ ਵੀ ਸੈਂਟਰ ਹੀ ਸੈਂਟਰ, ਤੁਸੀਂ ਦੇਖੋ ਕੇਂਦਰ ਤੋਂ ਲੈ ਕੇ ਮਿਊਨਿਸਪੈਲਿਟੀ ਤੱਕ ਨੂੰ ਕੰਟਰੋਲ ਕੀਤਾ ਜਾ ਰਿਹਾ। ਔਰ ਫਿਰ ਡੀਮੋਨੇਟਾਈਜੇਸ਼ਨ ਸਭ ਤੋਂ ਵੱਡੀ ਐਗਜ਼ਾਮਪਲ ਹੈ। ਤੁਸੀਂ ਕਿਸੇ ਨੂੰ ਪੁੱਛਿਆ ਨਹੀਂ, ਵਾਸਤਾ ਨਹੀਂ, ਸਟੇਟਾਂ ਨੂੰ ਕੋਈ ਉਹਨਾਂ ਨੂੰ ਕੋਈ ਪਤਾ ਨਹੀਂ, ਲੇਕਿਨ ਅਚਾਨਕ ਤੁਸੀਂ ਪੂਰੇ ਕੰਟਰੀ ਦੇ ਵਿੱਚ ਇਕਨੋਮਿਕ ਲਾਕਡਾਊਨ ਲਾਤਾ ਇੱਕ ਤਰ੍ਹਾਂ। ਉਹ ਸਾਰੀਆਂ ਚੀਜ਼ਾਂ, GST ਦੀ ਐਗਜ਼ਾਮਪਲ ਹੈਗੀ ਆ, ਸਾਰੀਆਂ ਚੀਜ਼ਾਂ ਜਿਹੜੀਆਂ ਇਹ ਦਰਸਾਉਂਦੀਆਂ ਕਿ ਇੰਨੀ ਜ਼ਿਆਦਾ ਸੈਂਟਰਲਾਈਜੇਸ਼ਨ ਹੋ ਚੁੱਕੀ ਹੈ। ਇਹਨੂੰ ਮੋੜਨਾ ਜਿਹੜਾ ਹੈਗਾ ਬਹੁਤ ਹੀ ਵੱਡਾ ਚੈਲੰਜ ਹੈ ਸਟੇਟ ਗਵਰਨਮੈਂਟਾਂ, ਸਟੇਟ ਦੀਆਂ ਪੋਲੀਟੀਕਲ ਪਾਰਟੀਆਂ ਵਾਸਤੇ, ਰੀਜਨਲ ਪੋਲੀਟੀਕਲ ਆਈ ਥਿੰਕ ਪਾਰਟੀਆਂ। ਸੁਪਰੀਮ ਕੋਰਟ ਸਾਨੂੰ ਇਹ ਗੱਲ ਵੀ ਕਰਨੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਇਜ਼ ਆਲਸੋ ਔਨ ਟੈਸਟ ਐਕਚੁਅਲੀ। ਬੇਸਿਕਲੀ ਅੱਜਕੱਲ ਮਤਲਬ ਨਾਰਮਲੀ ਗੱਲ ਨਾ ਨੈਰੇਟਿਵ ਤੇ ਖੜ ਜਾਂਦੀ ਹੈ। ਬਿਲਕੁਲ, ਹਕੀਕਤ ਚਾਹੇ ਜਿਹੜੀ ਮਰਜ਼ੀ ਹੋਵੇ ਉਹ ਅਲੱਗ ਸਵਾਲ ਹੈ। ਨੈਰੇਟਿਵ ਸਿਰਜਣ ਦੇ ਵਿੱਚ ਪੋਲੀਟੀਸ਼ੀਅਨ ਦਾ ਰੋਲ ਤਾਂ ਇਗਨੋਰ ਨਹੀਂ ਕਰ ਸਕਦੇ, ਉਹ ਤਾਂ ਮੇਨ ਰਹਿਣਾ ਹੀ ਹੈ ਮਾਸ ਆਰਗੇਨਾਈਜ਼ਰ, ਪਰ ਇੰਟੈਲੈਕਚੁਅਲ ਜਿਹਦਾ ਤਾਂ ਵੀ ਇੱਕ ਰੋਲ ਹੁੰਦਾ ਨਾ, ਲਿਖਣ ਦਾ, ਬੋਲਣ ਦਾ, ਬਾਕੀ ਸਾਰੇ ਸੈਕਸ਼ਨ ਦਾ, ਕਿ ਇਹ ਅਸਿਮੀਲੇਟ ਹੁੰਦਾ ਜਾ ਰਿਹਾ ਬਹੁਤ ਬੜੇ ਪੈਮਾਨੇ ਤੇ, ਕਿਉਂਕਿ ਕਿੰਨੀਆਂ ਕੁ ਆਵਾਜ਼ਾਂ ਹੁੰਦੀਆਂ ਜਿਹੜੇ ਇੱਕ ਆਈਡੀਅਲ ਸਿਚੁਏਸ਼ਨ ਹੁੰਦੀ ਹੈ ਹਰ ਥਾਟ ਪ੍ਰੋਸੈਸ ਦੇ ਵਿੱਚ ਕਿ ਨਹੀਂ ਸਟੇਟ ਇਹੋ ਜਿਹੀ ਹੋਣੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦਾ ਸਟਰਕਚਰ ਹੋਣਾ ਚਾਹੀਦਾ ਹੈ, ਤੇ ਉਹ ਜਿਹੜਾ ਇੱਕ ਡਿਬੇਟ ਹੈ, ਇੰਟੈਲੈਕਚੁਅਲ ਡਿਬੇਟ ਜਿਹੜੀ ਇਸ ਮਾਮਲੇ 'ਚ ਹੋਣੀ ਚਾਹੀਦੀ ਹੈ ਓਵਰਆਲ, ਉਹ ਵੀ ਤਾਂ ਮਿਸਿੰਗ ਹੈ ਨਾ। ਉਹ ਨੈਰੇਟਿਵ ਵੀ ਤਾਂ ਬਹੁਤ ਵੀਕ ਦਿਖਾਈ ਦਿੰਦਾ ਹੈ ਦੂਜੇ ਦੇ ਮੁਕਾਬਲੇ। ਮੈਂ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਸ ਵੇਲੇ ਵੀ ਤੁਸੀਂ ਰੀਜਨਲਿਜ਼ਮ ਦੀ ਗੱਲ ਕਰਦੇ ਹੋ ਤਾਂ ਤੁਸੀਂ ਐਂਟੀ ਨੈਸ਼ਨਲ ਹੋ ਜਾਂਦੇ ਹੋ। ਇਹ ਇੱਕ ਨੈਰੇਟਿਵ ਵੀ ਸਾਹਮਣੇ ਆ ਗਿਆ। ਤੁਸੀਂ ਕਹਿੰਦੇ ਜੀ ਅੱਛਾ ਉਹ ਤਾਂ ਕਾਊਂਟਰ ਕਰਨਾ ਸਰ, ਇੱਕ ਕਾਨੂੰਨ, ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਇਲੈਕਸ਼ਨ, ਇੱਕ ਦੇਸ਼ ਇੱਕ ਆ ਚੀਜ਼, ਹਰ ਚੀਜ਼ ਜਿਹੜੀ ਹੈਗੀ ਇੱਕ ਹੋਣੀ ਚਾਹੀਦੀ ਆ। ਇੱਕ ਦੇਸ਼ ਇੱਕ UCC ਜਿਹੜਾ ਹੈਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਸ ਆਪਾਂ ਦੇਖਦੇ ਆ ਤਾਂ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਡਰਨ ਲੱਗ ਗਈਆਂ ਕਿ ਅਸੀਂ ਅਗਰ ਰੀਜਨਲਿਜ਼ਮ ਦੀ ਗੱਲ ਕਰ ਰਹੇ ਹਾਂ ਤਾਂ ਇੱਕੋ ਜਿਹੜਾ ਹੈਗਾ IT ਸੈੱਲ ਤੋਂ ਇੱਕੋ ਚੱਲੇਗਾ। ਦੇਖੋ ਜੀ ਕਿੰਨਾ ਰਾਸ਼ਟਰਵਾਦੀ ਵਿਰੋਧਤਾ ਹੋ ਰਹੀ ਹੈ, ਤੋਂ ਉਹਦਾ ਵੀ ਇੰਪੈਕਟ ਬਹੁਤ ਜ਼ਿਆਦਾ। ਉਹੀ ਜਿਹੜਾ ਰਾਸ਼ਟਰਵਾਦ ਦਾ ਜਾਂ ਕਲਚਰਲ ਰਾਸ਼ਟਰਵਾਦ ਦਾ ਇੱਕ ਨੈਰੇਟਿਵ ਸਿਰਜ ਦਿੱਤਾ ਗਿਆ, ਸਾਰੇ ਉਹਦੀ ਗੁਲਾਮੀ ਦੇ ਦਾਇਰੇ 'ਚ ਆ ਗਏ। ਉਹਦੇ ਤੋਂ ਜਿਹੜਾ ਆਜ਼ਾਦ ਹੋਣ ਦਾ ਗੱਲ ਹੁੰਦੀ ਹੈ, ਉਹਦੇ 'ਚ ਆਪਣਾ ਇੱਕ ਨੈਰੇਟਿਵ ਕ੍ਰੀਏਟ ਕਰਨਾ ਹੁੰਦਾ, ਸਿਰਜਣਾ ਹੁੰਦਾ, ਤਾਂ ਇਹਦੇ 'ਚ ਵੀ ਤਾਂ ਜ਼ਿੰਮੇਵਾਰੀ ਤੋਂ ਤਾਂ ਪਿੱਛੇ ਭੱਜਿਆ ਜਾ ਸਕਦਾ ਨਾ। ਸਾਰੇ ਸੈਕਸ਼ਨ ਜਿਹੜਾ ਦੀ ਉਹਨਾਂ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ। ਸਾਡਾ ਇੰਟੈਲੈਕਚੁਅਲ, ਸਾਡੀਆਂ ਯੂਨੀਵਰਸਿਟੀਜ਼, ਸਾਡਾ ਪ੍ਰੋਫੈਸ਼ਨਲ ਕੰਪਰੋਮਾਈਜ਼ਡ ਹੈ। ਜਿਹੜੀ ਤੁਸੀਂ ਪਹਿਲਾਂ ਇਕਨੋਮਿਕ ਗੱਲ ਕੀਤੀ ਸੀਗੀ ਕਿ ਸਾਡਾ ਫਾਈਨੈਂਸ਼ੀਅਲ ਢਾਂਚਾ ਕਿਸ ਕਿਸਮ ਦਾ ਤਮੀਰ ਕੀਤਾ ਗਿਆ, ਖਾਸ ਤੌਰ ਤੇ ਪੋਸਟ 91 ਬਲਕਿ ਪੋਸਟ 86 ਸੀ, ਇਸ ਤਰੀਕੇ ਨਾਲ ਚੱਲਣਾ ਸ਼ੁਰੂ ਹੋ ਗਿਆ ਸੀ। ਇਹ ਜਿਹੜਾ ਢਾਂਚਾ ਹੈ, ਇਸ ਨੇ ਕੀ ਸਾਰਿਆਂ ਨੂੰ ਆਪਣੀ ਵਲਗਨ ਵਿੱਚ ਨਹੀਂ ਲੈ ਲਿਆ? ਕੀ ਸਾਡਾ ਇੰਟੈਲੈਕਚੁਅਲ ਨੂੰ ਉਹਦੇ ਤੋਂ ਬਹੁਤ ਫਾਇਦਾ ਨਹੀਂ ਹੋਇਆ? ਯੂਨੀਵਰਸਿਟੀ ਦੇ ਪ੍ਰੋਫੈਸਰਸ ਦਾ ਤੁਸੀਂ ਰਹਿਣ ਸਹਿਣ, ਸੈਲਰੀ ਦਾ ਪੱਧਰ, ਇਹ ਸਭ ਪਿਛਲੇ ਸਾਲਾਂ ਵਿੱਚ ਜੋ ਬਦਲਿਆ, ਸਾਡੇ ਸਕੂਲ ਦੇ ਅਧਿਆਪਕਾਂ ਦਾ ਜੋ ਬਦਲਿਆ, ਸਾਡੇ ਪ੍ਰੋਫੈਸ਼ਨਲਸ ਦਾ ਜੋ ਬਦਲਿਆ, ਲੋਕਾਂ ਕੋਲ ਪੈਸਾ ਜਿਸ ਕਿਸਮ ਦੇ ਨਾਲ ਆਇਆ। ਹੂ ਹੈਡ ਦਾ ਮਨੀ ਬਿਫੋਰ 90? ਕੌਣ ਲੋਕ ਸੀ ਜਿਨ੍ਹਾਂ ਦੇ ਘਰ 4, 10 ਲੱਖ, 20 ਲੱਖ, 50 ਲੱਖ ਕੈਸ਼ ਪਿਆ ਰਹਿੰਦਾ ਸੀ? ਇਹ 90ਵਿਆਂ ਤੋਂ ਬਾਅਦ ਜਿਸ ਕਿਸਮ ਨਾਲ ਪੈਸਾ ਆਇਆ, ਇਸ ਨੇ ਉਸੇ ਸਿਸਟਮ ਦੇ ਵਿੱਚ ਸਟੇਕ ਉਹਨਾਂ ਦੇ ਬਣਾ ਦਿੱਤੇ ਨੇ, ਜਿਸ ਸਿਸਟਮ ਦੇ ਖਿਲਾਫ ਲੜਨ ਦੀ ਉਹ ਦਾਅਵੇਦਾਰੀ ਕਰਦੇ ਨੇ, ਘੱਟੋ ਘੱਟ ਉੱਪਰੋਂ ਤਾਂ ਕਰਦੇ ਨੇ, ਨੈਰੇਟਿਵ ਦੇ ਤੌਰ ਦੇ ਉੱਤੇ ਕਰਦੇ ਨੇ। ਫਿਰ ਉਹਦੇ ਵਿੱਚ ਕਿੰਨੀ ਕੋਈ ਇਮਾਨਦਾਰੀ ਰਹਿ ਸਕਦੀ ਹੈ? ਕਾਂਗਰਸ ਨੂੰ ਜਿਸ ਵੇਲੇ ਮੋਦੀ ਹਰੀ ਹਿੱਕ ਤੇ ਥਾਪੜਾ ਮਾਰ ਕੇ ਪੁੱਛਦੇ ਨੇ ਕਿ ਕਾਂਗਰਸ ਕਵੇ ਕਿ 370 ਵਾਪਸ ਲਿਆਵਾਂਗੇ, ਤਾਂ ਕਾਂਗਰਸ ਝੱਟ ਪਿੱਛੇ ਭੱਜ ਜਾਂਦੀ ਹੈ। ਸਾਡੇ ਜਿਹੜੇ ਟੀਚਰ ਪ੍ਰੋਫੈਸਰਸ ਨੇ, ਈਵਨ ਸਾਡੇ ਪੋਲੀਟੀਕਲ ਲੀਡਰਸ ਨੇ ਸਟੇਟਸ ਦੇ, ਖਾਲਿਦ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਗੱਲ ਕਰਨ ਤੋਂ ਡਰ ਲੱਗਦਾ ਹੈ ਕਿ ਅਸੀਂ ਕਿਤੇ ਐਂਟੀ ਨੈਸ਼ਨਲ ਦੇ ਬ੍ਰਸ਼ ਨਾਲ ਪੇਂਟ ਨਾ ਕਰ ਦਿੱਤੇ ਜਾਈਏ। ਜਦੋਂ ਤੱਕ ਇਸ ਕਦਰ ਸਾਡੇ ਵਿੱਚ ਡਰ ਰਹੇਗਾ, ਅਸੀਂ ਤੇ ਸਿੱਧੀ ਸਾਦੀ ਗੱਲ ਵੀ ਨਹੀਂ ਕਰ ਸਕਦੇ। ਮੈਂ ਤੇ ਉਹ ਇਹਨਾਂ ਦਾ ਤੁਸ਼ਾਰ ਮਹਿਤਾ ਦਾ ਫਾਈਲ ਕੀਤਾ ਐਫੀਡੇਵਿਟ ਪੜ੍ਹ ਰਿਹਾ ਸੀ 370 ਦੇ ਉੱਤੇ। ਤੁਹਾਨੂੰ ਲੱਗਦਾ ਨਹੀਂ ਪੜ੍ਹਦਿਆਂ ਕਿ ਹੁਣ ਐਫੀਡੇਵਿਟ ਦੀ ਆਖਰੀ ਲਾਈਨ ਇਹ ਹੋਏਗੀ ਕਿ ਇਸ ਕਰਕੇ ਉਪਰੋਕਤ ਦਿੱਤੇ ਕਾਰਨਾਂ ਕਾਰਨ ਅਗਲੇ ਹਫਤੇ ਜੰਮੂ ਕਸ਼ਮੀਰ 'ਚ ਇਲੈਕਸ਼ਨਾਂ ਅਨਾਉਂਸ ਕੀਤੀਆਂ ਜਾਂਦੀਆਂ ਨੇ? ਕਿਉਂਕਿ ਐਫੀਡੇਵਿਟ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਕਿ ਦੁੱਧ ਦਹੀਂ ਦੀਆਂ ਨਦੀਆਂ ਵਹਿਣੀਆਂ ਸ਼ੁਰੂ ਹੋ ਗਈਆਂ ਨੇ ਤੇ ਘਿਓ ਦੀਆਂ ਬਾਕੀ ਬਚੀਆਂ ਨੇ। ਮੈਂ ਇਹਦੇ ਵਿੱਚ ਇੱਕ ਹੋਰ ਚੀਜ਼, ਇੱਕ ਹੋਰ ਫੀਅਰ ਵੀ ਹੈਗਾ ਕਿ ਅਗਰ ਇਹ ਸਾਰੇ ਚੀਜ਼ ਨੂੰ ਸੁਣਦੇ ਹੋਏ ਕੋਈ ਐਡਵਰਸ ਡਿਸੀਜਨ ਲੈ ਲਿਆ, ਯਾਨੀ ਕਿ ਆਰਟੀਕਲ 370 ਜਿਹੜਾ ਹੈਗਾ ਉਹਦੀ ਐਬਰੋਗੇਸ਼ਨ ਗਲਤ ਸੀਗੀ, ਸੁਪਰੀਮ ਕੋਰਟ ਇਹ ਫੈਸਲਾ ਲੈ ਲੈਂਦੀ ਹੈ, ਹਾਊ ਡੂ ਯੂ ਗੋ ਬੈਕ? ਤਾਂ ਕੀ ਹੋਊਗਾ? देयर कैन बी एन ऑर्डिनेंस टुमारो। ਉਹਨੂੰ ਨਫੀ ਕਰਨ ਵਾਸਤੇ ਸਰਕਾਰ ਪਿਆ ਆਰਡੀਨੈਂਸ ਹੁਣ ਜਿਵੇਂ ਦਿੱਲੀ ਦੇ ਵਾਸਤੇ ਹੋਇਆ, ਇਸੇ ਤਰੀਕੇ ਦੇ ਨਾਲ ਸਰਕਾਰ ਕੋਈ ਵੀ ਆਰਡੀਨੈਂਸ ਲਿਆ ਕੇ ਜਿਹੜੀ ਕਸ਼ਮੀਰ ਇਹਦੀ ਹੈਗੀ ਹੈ ਸੁਪਰੀਮ ਕੋਰਟ ਦੀ ਜਜਮੈਂਟ ਨੂੰ
ਨਫੀ ਕਰ ਸਕਦੀ ਹੈ, ਨਲੀਫਾਈ ਕਰ ਸਕਦੀ ਹੈ। You seriously ਪਰ- think that नहीं, can नहीं, happen? yes. ਪਰ ਜਿਹੜਾ Anything can happen. ਖਾਨ ਸਾਹਿਬ ਜਿਹੜਾ No, no. ਬੇਸਿਕ You seriously think Supreme Court नहीं, abrogate कर सकती है? मैं एक हाइपोथेटिकल सिचुएशन ਦੀ ਗੱਲ ਕਰ ਅਗਰ ਜਿਹੜਾ ਇਦਾਂ ਜਿਹੜਾ ਸਟਰਕਚਰਲ ਇਸ਼ੂ ਨੇ ਕਿ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ ਕੀ ਹਮ। ਪਾਰਲੀਮੈਂਟ ਬਾਰ-ਬਾਰ ਲਿਆ ਕੇ ਫਿਰ ਜ਼ਬਰਦਸਤੀ ਫਿਰ ਤਾਂ ਡਾਇਰੈਕਟ ਹੀ ਤਾਨਾਸ਼ਾਹ ਰੂਲ ਹੈ ਨਾ ਨਾ ਫਿਰ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਉਹਦੇ ਚ ਮਤਲਬ ਤਾਂ ਫਿਰ ਜਿਹੜਾ ਉਹਦੇ ਸ਼ਬਦ ਉਹਨਾਂ ਨੇ ਯੂਜ਼ ਕੀਤਾ, ਮੈਂ ਹਮੀਰ ਜੀ ਇਹ ਗੱਲ ਸਪਸ਼ਟ ਕਰ ਦਿਆਂ, ਹਿੰਦੁਸਤਾਨ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਇਸ ਦੇਸ਼ ਦੇ ਵਿੱਚ ਇਹ ਨਹੀਂ ਕਹਿ ਰਹੀ ਕਿ ਫੈਡਰਲਿਜ਼ਮ ਦੇਸ਼ ਦੀ ਬੇਸਿਕ ਸਟਰਕਚਰ ਦਾ ਹਿੱਸਾ ਹੈ। ਪ੍ਰੋਬਲਮ ਇਹ ਹੈ ਕਿ ਮੇਰਾ ਆਰਟੀਕਲ 1 ਸੰਵਿਧਾਨ ਦਾ ਜਿਸ ਵੇਲੇ ਮੈਨੂੰ ਦੱਸਦਾ ਹੈ ਕਿ ਵੀ ਸ਼ੈਲ ਬੀ ਦ ਯੂਨੀਅਨ ਆਫ ਸਟੇਟਸ, ਇੰਡੀਆ ਸ਼ੈਲ ਬੀ ਦ ਯੂਨੀਅਨ ਆਫ ਸਟੇਟਸ, ਤਾਂ ਉਹ ਨਾਲ ਫੈਡਰਲਿਜ਼ਮ ਦਾ ਅੱਖਰ ਨਹੀਂ ਉਚਾਰਦਾ। ਇਹ ਸੰਵਿਧਾਨ ਫੈਡਰਲਿਜ਼ਮ ਦਾ ਅੱਖਰ ਨਹੀਂ ਉਚਾਰਦਾ, ਜਦੋਂ ਕਿ ਕਨਸਟੀਟਿਊਐਂਟ ਅਸੈਂਬਲੀ ਦੀਆਂ ਬਹਿਸਾਂ ਵਿੱਚ ਲਗਾਤਾਰ ਫੈਡਰਲਿਜ਼ਮ ਬਾਰੇ ਗੱਲ ਹੁੰਦੀ ਰਹੀ ਹੈ। ਅਸੀਂ ਜਦੋਂ ਤੱਕ ਜਾ ਕੇ ਰੂਟ ਕਾਜ਼ ਦੇ ਉੱਤੇ ਨਹੀਂ ਸਟ੍ਰਾਈਕ ਕਰਦੇ, ਜੇ ਤੁਸੀਂ ਕਿਹਾ ਕਿ ਅਸੀਂ ਆਪਣੇ ਵਿੱਚ ਫੈਡਰਲਿਜ਼ਮ ਦੀ ਭਾਵਨਾ ਉਸ ਵੇਲੇ ਕਿਵੇਂ ਲੈ ਕੇ ਆਵਾਂਗੇ, ਜੇ ਪਾਲਿਸੀਜ਼ 91 ਵਾਲੀਆਂ ਚੱਲਣਗੀਆਂ, ਜੇ ਕਾਰਪੋਰੇਟਾਈਜ਼ਡ ਰਹੇਗੀ ਸਾਰੀ ਇਕਨੋਮੀ, ਤਾਂ ਉਹਦੇ ਵਿੱਚ ਫੈਡਰਲਿਜ਼ਮ ਦੀ ਗੱਲ ਕਿਵੇਂ ਹੋਵੇਗੀ। ਇਸੇ ਤਰੀਕੇ ਦੇ ਨਾਲ ਜੇ ਸਾਡੇ ਸੰਵਿਧਾਨ ਦੀ ਸਟਰਕਚਰ ਇਹ ਰਹੇਗੀ, ਉਹ ਇੱਕ ਪਿਓਰਲੀ ਯੂਨਿਟਰੀ ਸੰਵਿਧਾਨ ਹੈ। ਅਸੀਂ ਖਾਨਾਪੂਰੀ ਲਈ, ਆਪਣੀ ਦਿਲ ਦੀ ਖੁਸ਼ੀ ਲਈ, ਕਿਸੇ ਦੀ ਦਿਲ ਆਜ਼ਾਰੀ ਨਾ ਹੋ ਜਾਵੇ, ਇਸ ਲਈ ਤੇ ਐਨਸੀਈਆਰਟੀ ਦੀਆਂ ਕਿਤਾਬਾਂ ਨਾਲ ਵਫਾ ਕਰਦੀ ਏ। ਇਸ ਕਰਕੇ ਫੈਡਰਲਿਜ਼ਮ ਦੀ ਗੱਲ ਜ਼ਰੂਰ ਕਰਦੇ ਆ। ਸਾਡਾ ਸੰਵਿਧਾਨ ਝੁਕਦਾ ਫੈਡਰਲਿਜ਼ਮ ਵਾਲੇ ਪਾਸੇ ਨਹੀਂ ਹੈ, ਇਹ ਬਾਰ-ਬਾਰ ਨਹੀਂ ਝੁਕਦਾ, ਪਰ ਉਹਦੇ ਚ ਇੱਕ ਜਿਹੜੀ ਵਿਆਖਿਆ ਵੀ ਕਰਨੀ ਹੁੰਦੀ ਹੈ ਆਪਣੇ ਆਪ। ਯੂਨੀਅਨ ਆਫ ਸਟੇਟਸ ਚੋਂ ਵੀ ਕੋਈ ਉਹ ਵੀ ਤਾਂ ਕਰ ਹੀ ਸਕਦਾ ਨਾ ਫੈਡਰਲ ਵਿਆਖਿਆ ਕਰਨ ਵਾਲੀ ਉਹੀ ਸੁਪਰੀਮ ਪਰ ਕੋਰਟ ਨਾਲ ਦੀ ਹੈ। ਨਾਲ ਇੱਕ ਗੱਲ ਇਹ ਜ਼ਰੂਰ ਹੈ ਕਿ ਸਾਡੇ ਇਹ ਡਿਮਾਂਡ ਕਸ਼ਮੀਰ ਵਾਲਿਆਂ ਨੂੰ 370 ਤੋਂ ਬਾਅਦ ਪਤਾ ਲੱਗਿਆ ਵੀ ਹੈਬੀਅਸ ਕਾਰਪਸ ਦੀਆਂ ਪਟੀਸ਼ਨਾਂ ਨੇ ਕੋਈ ਸੁਣਦਾ। ਖਾਲਿਦ ਸਾਹਿਬ, ਵਿਆਖਿਆ ਕਰਨ ਵਾਲੀ ਇਹੀ ਸੁਪਰੀਮ ਕੋਰਟ ਸੀ ਜਿਹੜੀ ਐਮਰਜੈਂਸੀ ਲੱਗੀ ਦੇ ਦੌਰਾਨ ਹੈਬੀਅਸ ਕਾਰਪਸ ਚੱਕ ਕੇ ਬਾਹਰ ਮਾਰਿਆ ਸੀਗਾ ਤੇ ਲੋਕਾਂ ਦੇ ਮੌਲਿਕ ਅਧਿਕਾਰ ਖਤਮ ਕਰ ਦਿੱਤੇ ਸੀਗੇ, ਸਿਵਾਏ ਮਤਲਬ ਜਸਟਿਸ HR ਖੰਨਾ ਦੇ, ਸਿਵਾਏ ਇੱਕ ਬੰਦੇ ਦੇ, ਇੱਕ ਇਨਸਾਨ ਦੇ। ਤੇ ਉਹ ਜਿਹੜੇ ਪੂਰੇ ਬੈਂਚ ਦੇ ਵਿੱਚੋਂ ਇੱਕੋ ਹੀ ਵਿਅਕਤੀ ਹੈ ਜਿਹੜਾ ਫਿਰ ਮੁੜ ਕੇ ਹਿੰਦੁਸਤਾਨ ਦਾ ਚੀਫ ਜਸਟਿਸ ਆਫ ਇੰਡੀਆ ਨਹੀਂ ਬਣਿਆ, ਬਾਕੀ ਸਾਰੇ ਹੀ ਵਾਰੀ-ਵਾਰੀ ਬਣੇ। ਸੋ ਕੇਂਦਰ ਬੜੇ ਸਾਫ਼ ਸਪਸ਼ਟ ਸੰਦੇਸ਼ ਭੇਜਦਾ ਕਿ ਸਾਡੇ ਨਾਲ ਕਿੱਥੇ ਜਿਹੜਾ ਨਹੀਂ ਖੜਾ ਹੋਏਗਾ ਉਸ ਨੂੰ ਅਸੀਂ ਕੀ ਸਜ਼ਾ ਦੇਵਾਂਗੇ। ਆਹ 5 ਬੈਂਚ ਦੀ 5 ਜਿਹੜਿਆਂ ਦੀ ਕੰਪੋਜੀਸ਼ਨ ਦੇਖ ਲਵੋ, ਤੇ ਮੈਨੂੰ ਤੇ ਇਹੋ ਜਿਹਾ ਕੋਈ ਨਹੀਂ ਜਾਪਦਾ ਖਤਰਾ ਜਿਹੜਾ ਤੁਹਾਨੂੰ ਭਾਸ ਰਿਹਾ ਸੀ। ਮੈਂ ਇਸ ਤੋਂ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸਾਡੀ ਸੁਪਰੀਮ ਕੋਰਟ ਕੋਲ ਕੰਟੈਂਪਟ ਦੀਆਂ ਪਾਵਰਾਂ ਬਹੁਤ ਪਰ ਨੇ। ਖਾਲਿਦ ਸਾਹਿਬ ਜਿਹੜਾ ਇਹ ਡਿਬੇਟ ਤਾਂ ਸ਼ੁਰੂ ਤੋਂ ਚੱਲੀ ਫੈਡਰਲਿਜ਼ਮ ਦੀ, ਕਨਸਟੀਟਿਊਐਂਟ ਅਸੈਂਬਲੀ ਚ ਵੀ ਚੱਲੀ, ਕਨਸਟੀਟਿਊਸ਼ਨ ਬਣ ਗਿਆ, ਉਸ ਤੋਂ ਬਾਅਦ ਫਿਰ ਲਗਾਤਾਰ ਇਸ਼ੂ ਹੋਏ। 77 ਚ ਇੱਕ ਡਾਕੂਮੈਂਟ ਸੌਂਪਿਆ ਸੀ ਜੋਤੀ ਬਾਸੂ ਦੀ ਸਰਕਾਰ ਨੇ ਯੂਨੀਅਨ ਗਵਰਨਮੈਂਟ ਨੂੰ, ਜਨਤਾ ਪਾਰਟੀ ਦੀ ਸਰਕਾਰ ਆ ਗਈ, ਪੂਰਾ ਸੰਵਿਧਾਨ ਰਿਵਿਊ ਕਰ ਦਿੱਤਾ ਸੀਗਾ। ਨਹੀਂ ਉਹ ਸਗੋਂ ਇਹ ਕਹਿੰਦੇ ਆਹੀ ਜਿਹੜਾ ਯੂਨੀਅਨ ਆਫ ਸਟੇਟ ਲਿਖਿਆ ਹੋਇਆ, ਉਹ ਕਹਿੰਦਾ ਯੂਨੀਅਨ ਆਫ ਫੈਡਰੇਸ਼ਨ ਲਿਖੋ। ਹਾਂ, ਮਤਲਬ ਵੀ ਇਹ ਫੈਡਰੇਸ਼ਨ ਹੈ ਸਟੇਟਾਂ ਦੀ, ਨਾ ਕਿ ਉਹਦੇ ਤੋਂ ਵੀ ਉਹ ਕਹਿੰਦਾ ਸ਼ਬਦ ਦਾ ਵੀ ਅਰਥ, ਜਿਹੜਾ ਸ਼ਬਦ ਦੀ ਅਰਥ ਦੀ ਗੱਲ ਕਰਦੇ ਨੇ ਕਿ ਅਸੀਂ ਇਹ ਬਣਾਇਆ। ਪਰ ਉਸ ਪਾਸੇ ਵੱਲ ਨੂੰ ਜਿਹੜੀ ਉਹ ਧਿਰਾਂ ਸੀ, ਬੀਜੇਪੀ ਆਪਣੀ ਆਈਡੀਓਲੋਜੀ ਤੇ ਚੱਲ ਰਹੀ ਹੈ। ਜਿਹੜਾ ਲੈਫਟ ਫੈਡਰਲਿਜ਼ਮ ਦੀ ਗੱਲ ਲਗਾਤਾਰ ਕਰ ਰਿਹਾ ਸੀ, ਉਹਦੇ ਤੋਂ ਲੈ ਕੇ ਰੀਜਨਲ ਪਾਰਟੀਆਂ ਅਕਾਲੀ ਦਲ ਤੋਂ ਲੈ ਕੇ ਕਰ ਰਹੀਆਂ ਸੀ। ਇਹ ਅਲਾਇੰਸ ਜਿਹੜਾ ਬੁਨਿਆਦੀ ਸਟਰਕਚਰਲ ਲੜਾਈ ਹੈ ਪੋਲਿਟਿਕਸ ਦੀ, ਇਹਦੀ ਕੋਈ ਉਮੀਦ ਕੋਈ ਤੁਸੀਂ ਦੇਖਦੇ ਹੋ ਕਿ ਫਿਊਚਰ ਐ ਤਾਂ ਫਿਰ ਇੱਕ ਪਾਰਟੀ ਆਇਆ ਕਰੇਗੀ, ਉਹ ਆਪਣੇ ਢੰਗ ਨਾਲ ਚੱਲੂਗੀ। ਦੇਖੋ ਇਦਾਂ ਹੈਗਾ ਕਿ ਆਰਟੀਕਲ 1 ਠੀਕ ਹੈ, ਕਹਿੰਦਾ ਇਟ ਇਜ਼ ਅ ਯੂਨੀਅਨ ਆਫ ਸਟੇਟ, ਉਸ ਦੇ ਨਾਲ ਹੀ ਕਈ ਫੈਡਰਲ ਪ੍ਰੋਵੀਜ਼ਨਸ ਵੀ ਸਾਡੇ ਸੰਵਿਧਾਨ ਦੇ ਵਿੱਚ ਸੀਗੇ। ਇਸ ਕਰਕੇ ਕਹਿੰਦੇ ਕੁਆਜ਼ੀ ਫੈਡਰਲ ਹੈ ਜੀ, ਯੂਨਿਟਰੀ ਇਨ ਸਪਿਰਿਟ ਹੈ, ਫੈਡਰਲ ਸਟਰਕਚਰ ਵਗੈਰਾ ਵਗੈਰਾ, ਆਪਾਂ ਅਲੱਗ-ਅਲੱਗ ਹੋ ਦਿੰਦੇ ਸੀਗੇ। ਗੱਲ ਇਹ ਹੈਗੀ ਹੈ ਵੀ ਕਨਸਟੀਟਿਊਸ਼ਨ ਦਾ ਇੱਕ ਡਾਕੂਮੈਂਟ ਹੈ, ਉਹਨੂੰ ਆਪਰੇਟ ਕਿਹਨਾਂ ਨੇ ਕਰਨਾ, ਉਹਦਾ ਪੋਲੀਟੀਕਲ ਪਾਰਟੀਜ਼ ਹੈ। ਪੋਲੀਟੀਕਲ ਪਾਰਟੀਜ਼ ਜਿਹੜੀਆਂ ਹੈਗੀਆਂ, ਖਾਸ ਤੌਰ ਪਰ ਜਿਹੜੇ ਨੈਸ਼ਨਲ ਪੋਲੀਟੀਕਲ ਪਾਰਟੀਜ਼ ਹੈ, ਕਾਂਗਰਸ ਹੈ ਜਾਂ ਬੀਜੇਪੀ ਹੈ, ਉਹਨਾਂ ਦਾ ਇੱਕ ਕਲੀਅਰ ਕੱਟ ਏਜੰਡਾ ਹੈਗਾ ਕਿ ਸੈਂਟਰਲਾਈਜ਼ ਕਰਨਾ ਹੈ, ਸੈਂਟਰ ਨੂੰ ਸਟਰੋਂਗ ਕਰਨਾ, ਔਰ ਕੀਤਾ ਉਹਨਾਂ ਨੇ, ਚਾਹੇ ਪੀਸ ਮੀਲ ਚ ਕੀਤਾ ਹੈ, ਚਾਹੇ ਉਹ ਕੀਤਾ। ਹੁਣ ਜਿਹੜਾ ਹੈਗਾ ਹੁਣ, ਔਰ ਅਗਰ ਨੈਸ਼ਨਲ ਪੋਲੀਟੀਕਲ ਪਾਰਟੀਜ਼ ਬਜ਼ਿੱਦ ਹੈ ਤਾਂ ਰੀਜਨਲ ਪੋਲੀਟੀਕਲ ਪਾਰਟੀਜ਼ ਨੂੰ ਆਪਣਾ ਉਹ ਦਮਖਮ ਦਿਖਾਉਣਾ ਚਾਹੀਦਾ, ਉਹਨੇ ਦਿਖਾਉਣਾ। ਕੋਈ ਫਰਕ ਦੋਨਾਂ ਚ ਨਹੀਂ ਹੈ ਖਾਲਿਦ ਸਾਹਿਬ। ਨੈਸ਼ਨਲ ਪੋਲੀਟੀਕਲ ਪਾਰਟੀਆਂ ਤੇ ਰੀਜਨਲ ਪੋਲੀਟੀਕਲ ਪਾਰਟੀਆਂ ਫੈਡਰਲਿਜ਼ਮ ਦੀ ਗੱਡੀ ਨਾਲ ਇਸ ਤਰੀਕੇ ਹੀ ਟ੍ਰੀਟ ਕਰਦੀਆਂ ਨੇ ਕਿ ਸਾਡੇ ਤੱਕ ਫੈਡਰਲਿਜ਼ਮ ਆਵੇ, ਸਾਡੇ ਤੱਕ ਤਾਕਤ ਆਵੇ, ਸਾਥੋਂ ਅਗਲੇ ਸਟੇਸ਼ਨ ਤੇ ਇਹ ਗੱਡੀ ਨਾ ਜਾਵੇ। ਸੋ ਸੈਂਟਰ ਪਾਵਰਾਂ ਦੇ ਦੇਵੇ, ਪੰਜਾਬ ਦੀ ਸਰਕਾਰ ਕੋਲ ਪਾਵਰ ਆ ਜਾਵੇ, ਪਰ ਪੰਜਾਬ ਦੀ ਸਰਕਾਰ ਉਸ ਪਾਵਰ ਨੂੰ ਅੱਗੇ ਜ਼ਿਲ੍ਹਾ ਸਮਤੀਆਂ ਨੂੰ, ਅੱਗੇ ਪੰਚਾਇਤਾਂ ਨੂੰ, ਗ੍ਰਾਮ ਸਭਾਵਾਂ ਨੂੰ ਉਹ ਪਾਵਰ ਅੱਗੇ ਨਾ ਜਾਣ ਦੇਵੇ। ਸੋ ਇਹ ਪਾਰਟੀਆਂ ਜੇ ਆਪਣੀ ਸੋਚਣੀ ਦੇ ਵਿੱਚ ਪਾਵਰ ਦੀ ਸੈਂਟਰਲਾਈਜੇਸ਼ਨ ਦੀਆਂ ਮੁਰੀਦ ਨੇ ਤੇ ਉਸੇ ਤਰੀਕੇ ਨਾਲ ਪ੍ਰੈਕਟਿਸ ਕਰਦੀਆਂ ਨੇ, ਤਾਂ ਫਿਰ ਜਿਹੜੀ ਉਹਨਾਂ ਦੀ ਸੈਂਟਰ ਨਾਲ ਲੜਾਈ ਹੈ ਪਾਵਰ ਦੀ ਡੀਸੈਂਟਰਲਾਈਜੇਸ਼ਨ ਲਈ, ਉਹ ਝੂਠੀ ਸਾਬਤ ਹੁੰਦੀ ਹੈ। ਇਸੇ ਕਰਕੇ ਨਾ ਲੋਕ ਮੁਹਾਜ਼ ਬਣਦਾ, ਨਾ ਨੈਰੇਟਿਵ ਖੜਾ ਕਰ ਹੁੰਦਾ, ਨਾ ਆਪਸ ਵਿੱਚ ਫੋਰਸ ਮਲਟੀਪਲਾਈ ਕੀਤੀ ਜਾਂਦੀ ਹੈ। ਅੱਜ ਦੀ ਤਾਰੀਖ ਦੇ ਵਿੱਚ ਜੋ ਮੁਸ਼ਕਲਾਂ ਕੇਰਲਾ ਦੀ ਸਰਕਾਰ ਨੂੰ ਆ ਰਹੀਆਂ ਨੇ,
ਜਿਵੇਂ ਆਰਿਫ ਮੁਹੰਮਦ ਖਾਨ ਉੱਥੇ ਅਲੱਗ ਹੀ ਇੱਕ ਸੋਵਰੀਅਨ ਸਰਕਾਰ ਬਣ ਕੇ ਬੈਠੇ ਨੇ। ਆ ਜਿਹੜੀਆਂ ਮੁਸ਼ਕਲਾਂ ਤਾਮਿਲਨਾਡੂ ਦੇ ਵਿੱਚ ਆ ਰਹੀਆਂ ਨੇ, ਉਹ ਆਰ.ਐਨ. ਰਵੀ ਤੇ ਉਹਨਾਂ ਦਾ ਪ੍ਰਾਈਵੇਟ ਸੰਵਿਧਾਨ ਹੈਗਾ ਜਿਹੜਾ ਉਹਨਾਂ ਨੇ ਆਪਣੇ ਘਰ ਰੱਖਿਆ ਹੋਇਆ, ਤੇ ਸਾਡੇ ਗਵਰਨਰ ਸਾਹਿਬ ਦਾ ਵੀ ਕਈ ਵਾਰੀ ਇਦਾਂ ਹੀ ਲੱਗਦਾ, ਬਲਕਿ ਸਾਡੀ ਸਰਕਾਰ ਦਾ ਵੀ ਇਦਾਂ ਲੱਗਦਾ। ਸੋ ਇਹ ਜਿਹੜੀ ਇਹ ਸਾਡੀ ਖਸਲਤ ਵਿੱਚ ਇਹ ਨਹੀਂ ਹੈ। ਇਹ ਜਦੋਂ ਤੱਕ ਸੰਵਿਧਾਨ ਦੇ ਵਿੱਚ, ਜਦੋਂ ਤੱਕ ਉਸ ਭਾਸ਼ਾ ਦੇ ਵਿੱਚ ਨਹੀਂ ਆਏਗੀ, ਉਹਦੀ ਇੰਟਰਪ੍ਰੀਟੇਸ਼ਨ ਕਾਨੂੰਨੀ ਤੌਰ ਤੇ ਅਜਿਹੀ ਨਹੀਂ ਹੋਏਗੀ ਤੇ ਪਾਰਟੀਆਂ ਨੂੰ ਮਜਬੂਰ ਨਹੀਂ ਕੀਤਾ ਜਾਏਗਾ, ਉਸ ਵੇਲੇ ਤੱਕ ਇਸ ਤਰ੍ਹਾਂ ਹੀ ਰਹੇਗਾ। ਇਨਫੈਕਟ ਸਾਨੂੰ ਵਡੇਰੇ ਸਵਾਲ ਚੁੱਕਣੇ ਚਾਹੀਦੇ ਨੇ, ਕਿਉਂਕਿ ਸਭ ਤੋਂ ਜ਼ਿਆਦਾ ਖੇਤੀ ਬਿੱਲਾਂ ਦੇ ਅਗੇਂਸਟ ਸਾਡਾ ਸਭ ਤੋਂ ਵੱਡਾ ਆਰਗੂਮੈਂਟ ਕੀ ਸੀ? ਫੈਡਰਲ ਸਟਰਕਚਰ ਦਾ ਆਰਗੂਮੈਂਟ ਸੀ ਕਿ ਪਾਵਰਾਂ ਨਹੀਂ ਹੈ। ਫੈਡਰਲ ਸਟਰਕਚਰ ਦਾ ਆਰਗੂਮੈਂਟ ਉਸ ਵੇਲੇ ਵੀਕ ਹੁੰਦਾ ਜਿਸ ਵੇਲੇ ਅਸੀਂ ਸੈਂਟਰ ਨੂੰ ਕਹਿੰਦੇ ਆ ਸਾਨੂੰ ਐਮਐਸਪੀ ਵਧੇਰੇ ਦਿਓ, ਕਿਉਂਕਿ ਅਸੀਂ ਡਿਪੈਂਡੈਂਟ ਹੋ ਜਾਂਦੇ ਆ, ਉਹ ਯੂਨਿਟਰੀ ਸਿਸਟਮ ਦੇ ਅੰਡਰ ਹੈ, ਤਾਂ ਸਾਨੂੰ ਐਮਐਸਪੀ ਦੀ ਮੰਗ ਕਰਨੀ ਪੈਂਦੀ ਹੈ। ਜੇ ਸਾਡੇ ਕੋਲ ਰਿਸੋਰਸਿਸ ਦੀ ਡਿਮਾਂਡ ਹੋਵੇ, ਜੀਐਸਟੀ ਦੇ ਵਿੱਚ ਉਹ ਰਿਸੋਰਸਿਸ ਡਿਵੋਲਵ ਕਿਦਾਂ ਹੋਣੇ ਨੇ, ਡੈਵੋਲੂਸ਼ਨ ਆਫ ਫੰਡਸ ਕਿਸ ਤਰ੍ਹਾਂ ਹੋਣੀ ਹੈ, ਜੇ ਲੜਾਈ ਉਹ ਹੋਵੇ ਤਾਂ ਫਿਰ ਮੇਰਾ ਕਿਸਾਨ ਐਮਐਸਪੀ ਪੰਜਾਬ ਦੀ ਸਰਕਾਰ ਤੋਂ ਮੰਗੇਗਾ। ਪੰਜਾਬ ਦੀ ਸਰਕਾਰ ਨਾਲ ਲੜਨਾ ਸਾਡੀਆਂ ਕਿਸਾਨ ਯੂਨੀਅਨਾਂ ਲਈ ਸੌਖਾ ਹੈ। ਸੈਂਟਰ ਦੇ ਨਾਲ ਲੜਨ ਲਈ ਤੁਸੀਂ ਹਰ ਤੀਜੇ ਮਹੀਨੇ, ਹਰ ਦੂਜੇ ਸਾਲ ਸਿੰਘੂ ਟਿਕਰੀ ਬਾਰਡਰ ਤੇ ਜਾ ਕੇ ਆਪਣੇ ਧਰਨੇ ਤੇ ਆਪਣੀਆਂ ਯੂਨੀਵਰਸਿਟੀਆਂ ਨਹੀਂ ਖੋਲ ਸਕਦੇ। ਸੋ ਇਸੇ ਲੜਾਈ ਨੂੰ ਵਡੇਰਾ ਲੈ ਕੇ ਜਾਣ ਦੀ ਜ਼ਰੂਰਤ ਹੈ। ਜਿਹੜੀ ਇਹ 370 ਵਾਲੀ ਇਹ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ, ਜਿਸ ਵੇਲੇ ਇਹਦਾ ਆਮ ਲੋਕਾਂ ਦੇ ਵਿੱਚ ਨੈਰੇਟਿਵ ਬਣਨਾ, ਜਿਹੜਾ ਤੁਸੀਂ ਕਿਹਾ ਸਾਡੇ ਇੰਟੈਲੈਕਚੁਅਲਸ ਬਣਾਉਂਦੇ ਨੇ, ਸਾਡੇ ਪੱਤਰਕਾਰ ਵਕੀਲ ਬਣਾਉਂਦੇ ਨੇ, ਉਹਨਾਂ ਨੂੰ ਇਹਦਾ ਨੈਰੇਟਿਵ ਲਾਰਜਰ ਫੈਡਰਲਿਜ਼ਮ ਦਾ, ਸੈਂਟਰ ਸਟੇਟ ਰਿਲੇਸ਼ਨਸ ਦਾ, ਕਨਸਟੀਟਿਊਸ਼ਨ ਦੀਆਂ ਲਿਮਿਟਸ ਦਾ, ਕਨਸਟੀਟਿਊਸ਼ਨ ਦੇ ਅੰਦਰ ਦੀ ਪਾਵਰਸ ਦੀ ਡੈਵੋਲੂਸ਼ਨ ਦਾ, ਉਹ ਸਾਰਾ ਨੈਰੇਟਿਵ ਬਣਾਉਣਾ ਪਵੇਗਾ। ਸਾਨੂੰ ਮੁੱਢ ਕਦੀਮ ਤੋਂ ਉਹ ਜਿਹੜੇ ਪੁਰਾਣੇ ਸਵਾਲ ਅਸੀਂ ਨਹੀਂ ਸੋਲਵ ਕਰ ਪਾਏ, ਉਹਨਾਂ ਦੇ ਉੱਤੇ ਸਵਾਲ ਰੱਖਣਾ ਪਏਗਾ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਫੈਡਰਲਿਜ਼ਮ ਦਾ ਨੈਰੇਟਿਵ ਹੈ, ਇਹ ਜਦ ਤੱਕ ਕਾਮਯਾਬ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਇਕਨੋਮਿਕ ਫੈਡਰਲਿਜ਼ਮ ਤੇ ਔਰ ਬਿਊਰੋਕ੍ਰੈਟਿਕ ਫੈਡਰਲਿਜ਼ਮ ਸਾਡਾ ਐਡਮਿਨਿਸਟ੍ਰੇਟਿਵ ਢਾਂਚਾ ਹੀ ਯੂਨਿਟਰੀ ਹੈ। ਸਾਰੇ ਫੈਡਰਲਿਜ਼ਮ ਦਾ ਤਾਂ ਕਨਸੈਪਟ ਓਵਰਆਲ ਹੈ ਨਾ, ਉਹ ਕੱਲਾ ਹੈ ਹੀ ਨਹੀਂ, ਇੰਨਾ ਆਈਸੋਲੇਸ਼ਨ ਚ ਕੱਲਾ ਹੈ, ਆਈਸੋਲੇਸ਼ਨ ਚ ਨਹੀਂ, ਉਹ ਸਾਰਾ ਕੁਝ ਹੈ, ਉਹ ਪੂਰੇ ਸਟਰਕਚਰ ਚ ਹੈ। ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਇਕਨੋਮਿਕ ਡਿਪੈਂਡੈਂਸ ਹੈ ਸਟੇਟਸ ਦੀ ਸੈਂਟਰ ਦੇ ਉੱਪਰ, ਕਿ ਥੋੜਾ ਜਿਹਾ ਹੜ ਆਏਗਾ ਨਾ 1000 ਏਕੜ ਦੇ ਵਿੱਚ, ਤਾਂ ਉਹ ਆਪਣੇ ਰਿਸੋਰਸਸ ਵੱਲ ਨਹੀਂ ਦੇਖਦੇ ਕਿਉਂਕਿ ਸਾਰੇ ਕਰਜ਼ਾਈ ਹੈ, ਉਹ ਉਧਰ ਦੇਖਦੇ ਆ ਸੈਂਟਰ। ਮੈਂ ਅਮੀਰ ਜੀ ਛੋਟੀ ਜੀ ਗੱਲ ਕਰ ਦੇਣਾ, ਉਹ ਕਿਉਂਕਿ ਹੜ ਆਏ ਹੋਏ ਨੇ, ਇਸ ਕਰਕੇ ਮੁੱਦਾ ਫੈਡਰਲਿਜ਼ਮ ਦਾ ਸਮਝਣਾ ਬੜਾ ਆਸਾਨ ਹੋ ਜਾਂਦਾ ਹੈ। ਇਹ ਅਸੀਂ ਸਿਸਟਮ ਬਣਾਇਆ ਸੀ ਐਡਮਿਨਿਸਟ੍ਰੇਸ਼ਨ ਦਾ ਕਿ ਆਈਏਐਸ ਅਫਸਰ ਚੁਣਿਆ ਜਾਏਗਾ ਤੇ ਆਈਪੀਐਸ ਅਫਸਰ ਚੁਣਿਆ ਜਾਏਗਾ, ਜ਼ਿਲ੍ਹੇ ਦਾ ਹੈਡ ਇੱਕ ਆਈਏਐਸ ਹੋਏਗਾ, ਇੱਕ ਆਈਪੀਐਸ ਹੋਏਗਾ, ਜਿਹੜੀਆਂ ਸਾਡੀਆਂ ਜ਼ਿੰਦਗੀਆਂ ਠੀਕ ਤਰੀਕੇ ਨਾਲ ਚੱਲਣ ਇਹਦੀ ਐਡਮਿਨਿਸਟ੍ਰੇਸ਼ਨ ਕਰੇਗਾ। ਉਸ ਤੋਂ ਬਾਅਦ ਸਾਡੀਆਂ ਜ਼ਿੰਦਗੀਆਂ ਲਗਾਤਾਰ ਕੰਪਲੈਕਸ ਹੁੰਦੀਆਂ ਗਈਆਂ, ਸਾਇੰਸ ਨੇ ਤਰੱਕੀ ਕੀਤੀ, ਸ਼ਹਿਰ ਫੈਲੇ, ਪਿੰਡ ਫੈਲੇ, ਮੁਲਕ ਦੀ ਜਿਹੜੀ ਆਬਾਦੀ ਸੀ ਉਹ ਕਿੱਥੇ ਤੱਕ ਪਹੁੰਚ ਗਈ ਹੈ। ਅਸੀਂ ਕਦੀ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਅਸੀਂ ਤੇ ਇੱਕ ਟੈਸਟ ਲੈਣੇ ਆ ਤੇ ਬੜਾ ਗੰਭੀਰ ਹੁੰਦਾ ਹੋਵੇਗਾ ਤੇ ਬੜਾ ਔਖਾ ਹੁੰਦਾ ਹੋਵੇਗਾ ਤੇ ਉਹਦੇ ਵਿੱਚੋਂ ਆਈਐਸ ਚੁਣਦੇ ਆ। ਇਹ ਹੋਰਨਾਂ ਦੇਸ਼ਾਂ ਵੱਲ ਦੇਖੋ ਕਿ ਅਮਰੀਕਾ ਵਿੱਚ ਇੱਕ ਟੈਸਟ ਹੁੰਦਾ ਜਿਹਦੇ ਨਾਲ ਤੁਸੀਂ ਸਾਰੇ ਅਫਸਰ ਚੁਣ ਲੈਂਦੇ ਹੋ। ਹੁਣ ਸਾਡੇ ਡੀਸੀ ਦੇ ਉੱਤੇ ਕੀ ਜ਼ਿੰਮੇਵਾਰੀਆਂ ਨੇ? ਹੜ ਆ ਗਏ ਨੇ ਤਾਂ ਡੀਸੀ ਸਾਹਿਬ ਦੇਖਣਗੇ ਕਿਸ਼ਤੀਆਂ ਕਿੱਥੇ ਭੇਜਣੀਆਂ ਨੇ, ਜੇ ਸਬਜ਼ੀ ਮੰਡੀਆਂ ਲੱਗਣੀਆਂ ਤੇ ਡੀਸੀ ਸਾਹਿਬ ਦੇਖਣਗੇ ਸਬਜ਼ੀ ਮੰਡੀਆਂ ਕਿੱਥੇ ਲੱਗਣੀਆਂ, ਕੋਵਿਡ ਆ ਗਿਆ ਤਾਂ ਉਹ ਦੇਖਣਗੇ ਦੁਕਾਨਾਂ ਕਿਸ ਤਰ੍ਹਾਂ ਖੁੱਲਣਗੀਆਂ। ਡੀਸੀ ਤੇ ਹਰ ਚੀਜ਼ ਦਾ ਹੀ ਐਕਸਪਰਟ ਹੋ ਗਿਆ। ਕਲਚਰ ਚ ਇੱਕ ਬੋਲੀ ਹੈ ਨਾ ਪਿੰਡ ਹਾਂ, ਇਹ ਪੋਸੀਬਲ ਹੀ ਨਹੀਂ ਹੈ, ਇਸ ਤਰ੍ਹਾਂ ਚੱਲ ਨਹੀਂ ਸਕਦਾ। ਜ਼ਿਲ੍ਹੇ ਦਾ ਮਾਲਕ ਹੈ, ਜ਼ਿਲ੍ਹੇ ਦਾ ਮਾਲਕ ਹੈ, ਡੀਸੀ ਮਾਈ ਬਾਪ ਹੋ ਜਾਂਦੇ ਨੇ, ਮਾਈ ਬਾਪ ਹੋ ਜਾਂਦਾ। ਸੋ ਇਹ ਜਿਹੜੀ ਯੂਨਿਟਰੀ ਸਟਰਕਚਰ ਵਾਲੀ ਸਾਡੀ ਐਡਮਿਨਿਸਟ੍ਰੇਟਿਵ ਪਹੁੰਚ ਹੈ, ਇਹ ਸਾਰੀ ਸਵਾਲਾਂ ਦੇ ਦਾਇਰੇ ਵਿੱਚ ਹੈ। ਮੈਨੂੰ ਵੈਸੇ ਹੀ ਤਰਸ ਆਉਂਦਾ ਆਪਣੇ ਦੇਸ਼ ਦੇ ਨੌਜਵਾਨਾਂ ਦੇ ਉੱਤੇ, ਜਿੱਥੇ ਹਰ ਜਵਾਨ ਬੱਚੇ ਦਾ ਸੁਪਨਾ ਹੈ ਕਿ ਉਹ ਯੂਪੀਐਸਸੀ ਕਲੀਅਰ ਕਰੇ ਤੇ ਪਾਸ ਹੋ ਜਾਵੇ। ਤੇ ਤੁਸੀਂ ਇਹ ਦੇਖੋ ਕਿ ਕਿੰਨੇ ਬੱਚੇ ਅਪੀਅਰ ਹੁੰਦੇ ਨੇ ਤੇ ਫਾਈਨਲੀ ਕਿੰਨੇ ਆਈਐਸ ਬਣਦੇ ਨੇ। 0.0006 ਰੇਸ਼ੋ ਹੈ। ਇਹ ਇੱਕ ਐਸਾ ਦੇਸ਼ ਹੈ ਜਿਹਦਾ 99% ਬੱਚਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਫੇਲਿਅਰ ਦੀ ਸੈਂਸ ਨਾਲ ਕਰਦਾ ਹੈ। ਇਸਨੇ ਕਿਵੇਂ ਮਹਾਨ ਹੋਣਾ ਹੈ? ਟਰੱਕ ਪਿੱਛੇ ਲਿਖ ਕੇ ਤਾਂ ਮਹਾਨ ਹੋ ਸਕਦਾ ਹੈ, ਅਦਰਵਾਈਜ਼ ਕੋਈ ਚਾਂਸ ਨਹੀਂ, ਅਨਲੈਸ ਐਂਟਿਲ ਤੁਸੀਂ ਉਹਨਾਂ ਨੌਜਵਾਨਾਂ ਦੇ ਸੁਪਨਿਆਂ ਲਈ ਬਾਕੀ ਦੀ ਧਰਤ ਨੂੰ ਹੋਰ ਵਿਸ਼ਾਲ ਕਰੋ। ਕਿ ਕੇਵਲ ਇਹੀ ਇੱਕ ਸੁਪਨਾ ਨਹੀਂ ਕਿ ਤੁਸੀਂ ਜੇ ਉਹ ਆਈਐਸ ਤੇ ਸਾਡੇ ਤੇ ਮਾਲੀ ਕੰਮ ਕਰਦਾ ਹੁੰਦਾ ਸੀ, ਉਹ ਕਹਿੰਦਾ ਸੀ ਸਾਹਿਬ ਬੜੇ ਹੋ ਕੇ ਸਰਕਾਰ ਬਣेंगे, ਮਤਲਬ ਤੁਸੀਂ ਆਈਐਸ ਦਾ ਨਾਮ ਕੀ ਰੱਖਿਆ ਕਿ ਸਰਕਾਰ ਬਣੇਗਾ, ਮਾਈ ਬਾਪ ਬਣੇਗਾ। ਜੇ ਇਹ ਮਾਈਂਡਸੈਟ ਹੈ ਤੇ ਜਿਹੜਾ ਸੁਖ ਨਾਲ ਆਈਐਸ ਬਣ ਜਾਂਦਾ ਉਹਨੂੰ ਵੀ ਪਤਾ ਹੁੰਦਾ ਕਿ ਮੈਂ ਮਾਈ ਬਾਪ ਬਣ ਗਿਆ, ਫਿਰ ਉਸੇ ਤਰੀਕੇ ਨਾਲ ਡੀਲ ਕਰਦਾ। ਇਸੇ ਕਰਕੇ ਸਾਡੀ ਜਿਹੜੀ ਬਹੁਤੀ ਖਲਕਤ ਹੈ ਉਹ ਸੰਗਤ ਨਹੀਂ ਬਣ ਸਕੀ, ਉਹ ਭੀੜ ਬਣ ਜਾਂਦੀ ਹੈ। ਰੀਸੈਂਟਲੀ ਦੋ ਚੀਜ਼ਾਂ ਹੋਈਆਂ, ਸਟੇਟ ਗਵਰਨਮੈਂਟਾਂ ਤੋਂ ਚੀਫ ਸੈਕਟਰੀ ਨੂੰ ਡੈਪੂਟੇਸ਼ਨ ਤੇ ਲਿਆਉਣ ਪਰ ਉਹ ਕਹਿੰਦੇ ਜੀ ਭੇਜ ਦਿਓ ਇਹਨੂੰ ਇੱਥੇ ਸੈਂਟਰ ਦੇ ਵਿੱਚ। ਉਹ ਸਟੇਟ ਕਹਿੰਦਾ ਜੀ ਨਹੀਂ ਭੇਜ ਸਕਦੇ, ਸਾਡੇ ਵਾਸਤੇ ਬੜਾ ਇੰਡਿਸਪੈਂਸੇਬਲ ਹੈ। ਉਹ ਕਹਿੰਦੇ ਨਹੀਂ ਜੀ ਨਹੀਂ, ਅਸੀਂ ਕਹਿ ਰਹੇ ਭੇਜੋ, ਅਗਰ ਨਹੀਂ ਭੇਜੋਗੇ ਤਾਂ ਸਾਡੇ ਕੋਲ ਤਾਂ ਬੜੇ ਆਰਟੀਕਲ ਹੈ ਤੁਹਾਡੇ ਅੰਡਰ ਲਾਉਣ, ਤੁਹਾਡੇ ਅਗੇਂਸਟ ਲਾਉਣ ਵਾਸਤੇ। ਇਹ ਹੋ ਰਿਹਾ। ਔਰ ਫਿਰ ਤੁਸੀਂ ਦੇਖੋ ਈਵਨ ਆਈਏਐਸ ਆਫੀਸਰ ਜਿਹੜੇ ਹੈਗੇ
ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਸਟੇਟਾਂ 'ਚ ਅਸੀਂ ਕੰਮ ਕਰ ਰਹੇ ਹਾਂ, ਜਿੱਥੇ ਅਸੀਂ ਐਡਮਿਨਿਸਟ੍ਰੇਸ਼ਨ ਚਲਾ ਰਹੇ ਹਾਂ, ਇਹ ਤਾਂ ਸਾਡਾ ਕੁਝ ਵੀ ਨਹੀਂ ਕਰ ਸਕਦੇ। ਸਾਡੀ ਤਾਂ ਤਰਾਮ ਜਿਹੜੀ ਹੈਗੀ ਉੱਥੋਂ ਖਿੱਚੀ ਜਾਣੀ ਹੈ। ਨਹੀਂ, ਸਾਰੀਆਂ ਚੰਗੀਆਂ ਨਹੀਂ, ਪਾਲਿਸੀਆਂ ਜਿਹੜੀਆਂ ਸਾਡੀਆਂ ਸਾਰੇ ਕਿਤੇ ਉਜਵਲਾ ਇਹ ਚੱਲ ਯੋਜਨਾ, ਰਿਹਾ ਜੀ। ਪ੍ਰਧਾਨ ਮੰਤਰੀ ਸਾਰਾ ਗ੍ਰਾਮ ਕੁਛ ਯੋਜਨਾ, ਇਹ ਸਭ ਯੂਨਿਟਰੀ ਸਟਰਕਚਰ ਹੈ। ਸਾਡੇ ਸਰਪੰਚ ਨੂੰ ਆਪਦੇ ਪਸੰਦ ਦਾ ਸੈਕਟਰੀ ਲਾਉਣ ਦਾ ਅਧਿਕਾਰ ਨਹੀਂ ਹੈ, ਉਹ ਤਾਂ ਉੱਪਰੋਂ ਆਉਂਦਾ। ਅੱਛਾ, ਜਿਹੜਾ ਉਹਨੂੰ ਜਿਹੜਾ ਪੰਚਾਇਤ ਸੈਕਟਰੀ ਪੰਚਾਇਤ ਸੈਕਟਰੀ ਜਿਹੜਾ ਉਹਨੂੰ ਸਹਿਜ ਮੈਂ ਸੁਣਿਆ ਉਹਨੇ ਪੰਚਾਇਤ ਸੈਕਟਰੀ ਵੀ ਮਾਈ ਬਾਪ ਜਿਹਾ ਹੋ ਗਿਆ ਹੋਇਆ। ਬਿਲਕੁਲ, ਉਹ ਤਾਂ ਫਿਰ ਉੱਪਰ ਰਾਣੀ ਦੋਸਤੀ ਪਾਉਂਦਾ ਨਾ, ਜਿਹੜਾ ਇੱਕ ਸਟਰਕਚਰ ਦੇ ਵਿੱਚ ਇੱਕ ਹਾਇਰਾਰਕੀ ਹੈ, ਪੀਐਮ ਤੋਂ ਲੈ ਕੇ ਉੱਪਰ ਤੱਕ ਸਥਾਪਤੀ ਦਾ ਹਿੱਸਾ ਹੋ ਜਾਂਦਾ ਉਹ ਸਾਰਾ ਕੰਮ। ਤਾਂ ਇਸ ਕਰਕੇ ਇੱਕ ਮਾਈਂਡਸੈਟ ਦਾ ਕਰਕੇ ਸਾਡਾ ਮਾਈਂਡਸੈਟ ਜਿਹੜਾ ਹੈਗਾ ਉਹ ਬੇਸਿਕਲੀ ਯੂਨਿਟਰੀ ਵੱਲ ਜਾਂਦਾ ਹੈ। ਸਾਡੇ ਤੱਕ ਪਾਵਰ ਆਉਣੀ ਚਾਹੀਦੀ ਹੈ, ਥੱਲੇ ਨਹੀਂ ਜਾਣੀ ਚਾਹੀਦੀ। ਬਿਲਕੁਲ ਆਈ ਐਗਰੀ ਵਿਦ ਯੂ। ਦੇਖੋ, ਸਰਪੰਚ ਆਪਣੀ ਨਹੀਂ ਛੱਡਣਾ ਚਾਹੁੰਦਾ, ਮੰਤਰੀ ਆਪਣੀ ਨਹੀਂ ਛੱਡਣਾ ਚਾਹੁੰਦਾ, ਪਰ ਮੇਰੇ ਕੋਲ ਆਉਣੀ ਚਾਹੀਦੀ। ਇਹ ਪਾਰਟੀਆਂ ਤੇ ਜਥੇਬੰਦੀਆਂ ਚੋਂ ਵੀ ਦਿਖਾਈ ਦਿੰਦਾ। ਸਾਡੇ ਚੀਫ ਮਿਨਿਸਟਰ ਵਰਦੇ ਨੇ ਦਫ਼ਤਰ ਤੱਕ ਪ੍ਰਧਾਨ ਵੀ ਉਹੀ ਰਹੇਗਾ, ਪਾਰਟੀ ਤੱਕ ਉਹ ਨੋਮੀਨੇਸ਼ਨ ਸਾਰੇ ਟੀਵੀ ਦੇ ਡਿਬੇਟਾਂ ਦਿਖਾਈ ਦਿੰਦਾ। ਮੈਨੂੰ ਤਾਂ ਐਂਕਰ ਲੱਗਦਾ ਹੁੰਦਾ ਕਿਸੇ ਹੋਰ ਨੂੰ ਮੌਕਾ ਨਾ ਦੇ ਕੇ ਬੜੇ ਖੁਸ਼ ਹੁੰਦੇ ਨੇ। ਮੇਰਾ ਤੇ ਸ਼ਮਾਰ ਕਈ ਵਾਰ ਲੋਕ ਅਟੈਚ ਕਰਦੇ ਨੇ ਨੋਮੀਨੇਸ਼ਨ ਉਸ ਲੈਵਲ ਤੇ ਜੀ। ਖੈਰ, ਅੱਜ ਟਾਈਮ ਕਾਫੀ ਹੋ ਚੁੱਕਿਆ ਅੱਜ ਦੇ ਇਸ ਮਾਮਲੇ 'ਚ। ਇਹ ਲਗਾਤਾਰ ਕੰਟੀਨਿਊ ਜਾਰੀ ਰਹੇਗਾ, ਖਾਸ ਤੌਰ ਤੇ ਜਦੋਂ ਤੋਂ ਸੁਪਰੀਮ ਕੋਰਟ 'ਚ ਸੁਣਵਾਈ ਲਗਾਤਾਰ ਸ਼ੁਰੂ ਹੋ ਜਾਏਗੀ ਤਾਂ ਸਮਝਣ ਦੀ ਬਾਰ-ਬਾਰ ਕੋਸ਼ਿਸ਼ ਕਰਨੀ ਪਊਗੀ। ਮਾਮਲਾ ਪੇਚੀਦਾ ਹੈ, ਸੰਵਿਧਾਨ ਦੀਆਂ ਗੱਲਾਂ, ਕਾਨੂੰਨ ਦੀਆਂ ਗੱਲਾਂ, ਬਾਕੀ ਉਹਦੇ ਤੇ ਸਾਡੀਆਂ ਜ਼ਿੰਦਗੀਆਂ ਤੇ ਅਸਰ ਦੀਆਂ ਗੱਲਾਂ। ਪੰਜਾਬੀਆਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਇਹਨਾਂ ਸੁਣਵਾਈਆਂ ਨਾਲ ਨੇੜਿਓਂ ਜੁੜਨਾ ਪਊਗਾ। ਸਮਝਣ ਦੇ ਵਾਸਤੇ ਜੁੜਨਾ ਇਸ ਲਈ ਪਊਗਾ ਕਿ ਜੇ ਤਾਂ ਆ ਗਿਆ ਫੈਸਲਾ ਇਹੋ ਜਿਹਾ ਵੀ ਜੋ ਹੋਇਆ ਉਹ ਠੀਕ ਹੋਇਆ, ਤਾਂ ਕੱਲ ਨੂੰ ਬਾਕੀ ਵੀ ਝੂਠੀ ਬਣਨ ਲਈ ਵੀ ਤਿਆਰ ਰਹੋ, ਤੇ ਬਾਕੀਆਂ ਦੇ ਮਾਮਲੇ 'ਚ ਹੋ ਸਕਦਾ ਹੈ ਤੁਹਾਡਾ ਰਾਜ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਹੀ ਫੈਸਲਿਆਂ 'ਚ ਚਲਾ ਜਾਏ। ਜੇ ਦੂਜੇ ਪਾਸੇ ਫੈਸਲਾ ਆ ਗਿਆ ਤਾਂ ਹੋ ਸਕਦਾ ਹੈ ਬਾਕੀ ਦੀ ਨੌਲੇਜ ਲੈ ਕੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹੀ ਜੀ ਮੂਵਮੈਂਟ ਕੋਈ ਨਾ ਕੋਈ ਮਤਲਬ ਅੱਗੇ ਤੁਰ ਪਏ। ਫਿਰ ਅਜੇ ਵੇਟ ਐਂਡ ਵਾਚ ਦਾ ਮਾਮਲਾ ਹੈ। ਦੇਖੋ ਔਰ ਸਮਝੋ, ਔਰ ਸਮਝ ਕੇ ਆਪੋ ਆਪਣੀ ਇੱਕ ਰਾਏ ਬਣਾਓ। ਦੇਸ਼ ਦੇ ਵਿੱਚ ਜੇ ਡਾਇਵਰਸਿਟੀ ਹੈ, ਪੂਰੀ ਬਨਸਬੰਨਤਾ ਹੈ, ਬਨਸਬੰਨੇ ਤਰੀਕੇ ਦੇ ਨਾਲ ਇੰਪਾਵਰਮੈਂਟ ਦੀ ਵੀ ਜ਼ਰੂਰਤ ਹੁੰਦੀ ਹੈ, ਡੀਸੈਂਟਰਲਾਈਜੇਸ਼ਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇਸ਼ ਨੇ ਜੇਕਰ ਉਸ ਪੱਧਰ ਦੇ ਉੱਤੇ ਅੱਗੇ ਵਧਣਾ ਤਾਂ ਲੋਕਾਂ ਨੂੰ ਸ਼ੇਅਰ ਹੋਲਡਰ ਬਣਾਉਣਾ ਪੈਂਦਾ ਹੈ ਫੈਸਲੇ ਕਰਨ ਦੀ ਪ੍ਰਕਿਰਿਆ ਦੇ ਵਿੱਚ। ਅਸੀਂ ਕਿੰਨਾ ਕੁ ਬਣਾ ਰਹੇ ਹਾਂ, ਤੁਹਾਡੀ ਆਪੋ ਆਪਣੀ ਰਾਏ ਹੈ, ਕੀ ਹੋਏਗੀ ਤੁਸੀਂ ਜ਼ਰੂਰ ਸਾਡੇ ਇਹਦੇ ਤੇ ਕੋਈ ਨਾ ਕੋਈ ਪ੍ਰਤੀਕਰਮ ਦੇਣਾ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ।